ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 6ਵੀਂ ਦੇ ਪਾਰਟ 1 ਤੋਂ ਪਾਰਟ 8 ਤੱਕ ਦੀ ਦੁਹਰਾਈ ਲੈ ਕੇ ਹਾਜ਼ਰ ਹੋਏ ਹਾਂ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪਾਰਟ 1 ਤੋਂ ਪਾਰਟ 8 ਤੱਕ ਦੇ ਖਾਲੀ ਥਾਵਾਂ, ਬਹੁਤ ਛੋਟੇ ਉਤਰ ਵਾਲੇ ਪ੍ਰਸ਼ਨ, ਛੋਟੇ ਉਤਰ ਵਾਲੇ ਪ੍ਰਸ਼ਨ ਅਤੇ ਵੱਡੇ ਉਤਰ ਵਾਲੇ ਪ੍ਰਸ਼ਨ ਇਸ ਵੀਡੀਓ ਅਸੀਂ ਕਵਰ ਕਰਾਂਗੇ। ਸੋ ਆਓ ਅਸੀਂ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਗੇ ਸਾਡੇ ਕੋਲ ਹੈ ਕੰਪਿਊਟਰ ਨਾਲ ਜਾਣ ਪਛਾਣ ਪਾਠ ਦਾ ਅਭਿਆਸ, ਜਿਸ ਵਿੱਚ ਸਾਡੇ ਕੋਲ ਪਹਿਲੀ ਖਾਲੀ ਥਾਂ ਹੈ कंप्यूटर एक डैश है, जिसके ऑप्शन ने पहला इलैक्ट्रॉनिक मशीन, दूसरा मैकेनिकल मशीन, तीसरा चुंबकीय मशीन, चौथा उपरोक्त सारे। साढ़े को सही उत्तर है कंप्यूटर एक इलैक्ट्रॉनिक मशीन है। दूसरा साढ़े को कंप्यूटर डैश कर सकता है। साढ़े को जो ऑप्शन है गणनावां, डाटा और हदायतां प्राप्त, तीसरा है स्टोर, चौथा है उपरोक्त सारे। सो कंप्यूटर गणनावां, डाटा ਅਤੇ ਹਦਾਇਤਾਂ ਪ੍ਰਾਪਤ ਅਤੇ ਸਟੋਰ ਕਰ ਸਕਦਾ ਹੈ। ਤਾਂ ਸਾਡੇ ਕੋਲ ਸਹੀ ਉੱਤਰ ਹੈ ਉਪਰੋਕਤ ਸਾਰੇ। ਤੀਸਰਾ ਸਾਡੇ ਕੋਲ ਪੁਆਇੰਟ ਹੈ ਕੰਪਿਊਟਰ ਆਪਣੇ ਕੰਮ ਬਹੁਤ ਡੈਸ਼ ਨਾਲ ਕਰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਰਫਤਾਰ, ਸ਼ੁੱਧਤਾ, ਗੁਣਵੱਤਾ ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਬੈਂਕਾਂ ਵਿੱਚ ਕੰਪਿਊਟਰ ਦਾ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ। ਸਾਡੇ ਕੋਲ ਆਪਸ਼ਨ ਨੇ ਪਹਿਲਾ ਆਪਸ਼ਨ ਹੈ ਬੈਂਕ ਨੂੰ ਸੁਰੱਖਿਅਤ ਰੱਖਣ ਲਈ, ਦੂਸਰਾ ਹੈ ਖਾਤਿਆਂ ਦਾ ਰਿਕਾਰਡ ਰੱਖਣ ਲਈ, ਤੀਸਰਾ ਹੈ ਬੈਂਕ ਨੂੰ ਸਾਫ਼ ਰੱਖਣ ਲਈ, ਚੌਥਾ ਹੈ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਦਾ ਸਹੀ ਉੱਤਰ ਹੈ ਬੈਂਕਾਂ ਵਿੱਚ ਕੰਪਿਊਟਰ ਦਾ ਪ੍ਰਯੋਗ ਖਾਤਿਆਂ ਦਾ ਰਿਕਾਰਡ ਰੱਖਣ ਲਈ ਕੀਤਾ ਜਾਂਦਾ ਹੈ। ਪੰਜਵੇਂ ਸਾਡੇ ਕੋਲ ਪੁਆਇੰਟ ਹੈ ਕੰਪਿਊਟਰ ਦੁਆਰਾ ਕਿਸੇ ਵੀ ਕੰਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਕਿਸ ਇਕਾਈ ਨਾਲ ਮਾਪਿਆ ਜਾਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਮਿੰਟ, ਘੰਟੇ, ਮਿਲੀ ਸੈਕਿੰਡ ਜਾਂ ਦਿਨ। ਸੋ ਕੰਪਿਊਟਰ ਦੁਆਰਾ ਕਿਸੇ ਵੀ ਕੰਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਮਿਲੀ ਸੈਕਿੰਡ ਇਕਾਈ ਨਾਲ ਮਾਪਿਆ ਜਾਂਦਾ ਹੈ। ਅੱਗੇ ਸਾਡੇ ਕੋਲ ਛੇਵੀਂ ਪੁਆਇੰਟ ਹੈ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਦਾ ਪਹਿਲਾ ਪੁਆਇੰਟ ਹੈ ਨੋਟਸ ਬਣਾਉਣ ਲਈ, ਦੂਸਰਾ ਨਤੀਜੇ ਤਿਆਰ ਕਰਨ ਲਈ, ਤੀਸਰਾ ਰਿਪੋਰਟਾਂ ਤਿਆਰ ਕਰਨ ਲਈ ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ। ਅੱਗੇ ਸਾਡੇ ਕੋਲ ਸੱਤਵਾਂ ਪੁਆਇੰਟ ਹੈ ਇਹਨਾਂ ਵਿੱਚ ਕਿਹੜੀ ਕੰਪਿਊਟਰ ਦੀ ਖਾਮੀ ਹੈ। ਸਾਡੇ ਕੋਲ ਜੋ ਆਪਸ਼ਨ ਨੇ ਰਫਤਾਰ, ਸ਼ੁੱਧਤਾ, ਕੋਈ ਸਮੇਂ ਨਾ ਹੋਣਾ ਜਾਂ ਅਥੱਕ। ਸੋ ਕੋਈ ਸਮੇਂ ਨਾ ਹੋਣਾ ਕੰਪਿਊਟਰ ਦੀ ਇੱਕ ਖਾਮੀ ਹੈ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਉਤਰ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਕੰਪਿਊਟਰ ਨੂੰ ਪਰਿਭਾਸ਼ਿਤ ਕਰੋ। ਸੋ ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲਾ ਉਪਕਰਨ ਹੈ ਜਿਸ ਨੂੰ ਸੂਚਨਾ ਨਾਲ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਯੂਜ਼ਰ ਤੋਂ ਇਨਪੁਟ ਦੇ ਰੂਪ ਵਿੱਚ ਡਾਟਾ ਅਤੇ ਹਦਾਇਤਾਂ ਪ੍ਰਾਪਤ ਕਰਦਾ ਹੈ ਅਤੇ ਇਹਨਾਂ ਹਦਾਇਤਾਂ ਦੀ ਪਾਲਣਾ ਕਰਦਾ ਹੈ। ਡਾਟੇ ਉੱਪਰ ਹਦਾਇਤਾਂ ਦੀ ਇਸ ਪਾਲਣਾ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਪ੍ਰੋਸੈਸਿੰਗ ਤੋਂ ਬਾਅਦ ਤਿਆਰ ਕੀਤਾ ਗਿਆ ਨਤੀਜਾ ਯੂਜ਼ਰ ਨੂੰ ਆਉਟਪੁੱਟ ਦੇ ਤੌਰ ਤੇ ਦਿੱਤਾ ਜਾਂਦਾ ਹੈ। ਸੋ ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੇ ਪ੍ਰਯੋਗ ਦੀ ਵਿਆਖਿਆ ਕਰੋ। ਸੋ ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਵਿਦਿਆਰਥੀਆਂ ਵੱਲੋਂ ਨੋਟਸ ਤਿਆਰ ਕਰਨ, ਡਰਾਇੰਗ ਕਰਨ, ਪ੍ਰੋਜੈਕਟ ਬਣਾਉਣ, ਈ ਕੰਟੈਂਟ ਰਾਹੀਂ ਪੜ੍ਹਾਈ ਕਰਨ ਆਦਿ ਲਈ ਕੀਤੀ ਜਾਂਦੀ ਹੈ ਅਤੇ ਅਧਿਆਪਕਾਂ ਵੱਲੋਂ ਕੰਪਿਊਟਰ ਦੀ ਵਰਤੋਂ ਨਤੀਜਾ ਤਿਆਰ ਕਰਨ, ਟਾਈਮ ਟੇਬਲ ਬਣਾਉਣ, ਰਿਪੋਰਟ ਕਾਰਡ ਬਣਾਉਣ ਆਦਿ ਲਈ ਕੀਤੀ ਜਾਂਦੀ ਹੈ। ਤੀਸਰਾ ਪ੍ਰਸ਼ਨ ਹੈ ਕਿਸੇ 3 ਪੋਰਟੇਬਲ ਕੰਪਿਊਟਿੰਗ ਯੰਤਰਾਂ ਦੇ ਨਾਂ ਲਿਖੋ। ਸੋ 3 ਪੋਰਟੇਬਲ ਕੰਪਿਊਟਿੰਗ ਯੰਤਰ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਸਮਾਰਟਫੋਨ, ਦੂਸਰਾ ਟੈਬਲੇਟ ਕੰਪਿਊਟਰ, ਤੀਸਰਾ ਲੈਪਟਾਪ ਕੰਪਿਊਟਰ ਜਾਂ ਪਾਮਟਾਪ ਕੰਪਿਊਟਰ। ਉਸ ਤੋਂ ਬਾਅਦ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਕੰਪਿਊਟਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ। ਸੋ ਕੰਪਿਊਟਰ ਦੀ ਹਰੇਕ ਵਿਸ਼ੇਸ਼ਤਾ ਸਾਨੂੰ ਕੰਪਿਊਟਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਪੁਆਇੰਟ ਹੈ ਗਤੀ। ਸੋ ਕੰਪਿਊਟਰ ਦੀ ਵਰਤੋਂ ਦਾ ਮੁੱਖ ਕਾਰਨ ਕੰਪਿਊਟਰ ਦੀ ਗਤੀ ਜਾਂ ਰਫਤਾਰ ਹੈ। ਇਹ ਕਿਸੇ ਗੁੰਝਲਦਾਰ ਗਣਨਾ ਨੂੰ ਵੀ 1 ਸੈਕਿੰਡ ਦੇ ਬਹੁਤ ਛੋਟੇ ਭਾਗ ਵਿੱਚ ਪੂਰਾ ਕਰ ਦਿੰਦਾ ਹੈ। ਕੰਪਿਊਟਰ ਰਾਹੀਂ ਕੀਤੇ ਜਾਣ ਵਾਲੇ ਕੰਮ ਦੀ ਰਫਤਾਰ ਨੂੰ 1 ਸੈਕਿੰਡ ਦੇ 1000ਵੇਂ ਹਿੱਸੇ ਵਿੱਚ ਮਾਪਿਆ ਜਾਂਦਾ ਹੈ, ਜਿਸ ਨੂੰ ਮਿਲੀ ਸੈਕਿੰਡ ਇਕਾਈ ਵਜੋਂ ਜਾਣਿਆ ਜਾਂਦਾ ਹੈ। ਦੂਸਰੀ ਇਸ ਦੀ ਵਿਸ਼ੇਸ਼ਤਾ ਹੈ ਸ਼ੁੱਧਤਾ। ਸ਼ੁੱਧਤਾ ਵੀ ਕੰਪਿਊਟਰ ਦਾ ਮਹੱਤਵਪੂਰਨ ਗੁਣ ਹੈ। ਕੰਪਿਊਟਰ ਰਾਹੀਂ ਤਿਆਰ ਕੀਤੇ ਨਤੀਜੇ ਦੇ ਸਹੀ ਹੋਣ ਦਾ ਭਰੋਸਾ ਇਸ ਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ। ਤੀਸਰਾ ਪੁਆਇੰਟ ਹੈ ਭਰੋਸੇਯੋਗਤਾ। ਸੋ ਕੰਪਿਊਟਰ ਰਾਹੀਂ ਅਸੀਂ ਤਿਆਰ ਕੀਤੇ ਗਏ ਨਤੀਜੇ ਦਾ 100% ਸਹੀ ਹੋਣ ਦਾ ਭਰੋਸਾ ਦੇਣਾ ਅਤੇ ਸਾਨੂੰ ਇਸ ਨਤੀਜੇ ਨੂੰ ਦੁਬਾਰਾ ਪਰਖਣ ਦੀ ਲੋੜ ਨਹੀਂ ਹੋਣਾ ਇਸ ਦੀ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ। ਚੌਥਾ ਇਸ ਦੀ ਵਿਸ਼ੇਸ਼ਤਾ ਹੈ ਅਥੱਕ। ਕੰਪਿਊਟਰ ਪਹਿਲੀ ਅਤੇ ਅੰਤਿਮ ਗਣਨਾ ਇੱਕੋ ਹੀ ਸ਼ੁੱਧਤਾ ਅਤੇ ਰਫਤਾਰ ਨਾਲ ਕਰਦਾ ਹੈ। ਕੰਪਿਊਟਰ ਕੰਮ ਕਰਦੇ ਸਮੇਂ ਮਨੁੱਖ ਦੀ ਤਰ੍ਹਾਂ ਥੱਕਦਾ ਨਹੀਂ ਹੈ।
ਕੰਪਿਊਟਰ ਜਿੰਨੀ ਦੇਰ ਵੀ ਕੰਮ ਕਰਦਾ ਹੈ ਇਹ ਸਾਨੂੰ ਸਹੀ ਅਤੇ ਸਟੀਕ ਨਤੀਜੇ ਦਿੰਦਾ ਹੈ। ਪੰਜਵੀਂ ਇਸ ਦਾ ਪੁਆਇੰਟ ਹੈ ਆਟੋਮੇਸ਼ਨ। ਕੰਪਿਊਟਰ ਨੂੰ ਪ੍ਰੋਸੈਸਿੰਗ ਕਰਨ ਸਮੇਂ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਲੋੜ ਨਹੀਂ ਹੁੰਦੀ। ਇੱਕ ਵਾਰ ਹਦਾਇਤਾਂ ਦੇਣ ਤੋਂ ਬਾਅਦ ਇਹ ਆਪਣੇ ਆਪ ਅੰਤ ਤੱਕ ਕੰਮ ਕਰਦਾ ਰਹਿੰਦਾ ਹੈ ਅਤੇ ਅੰਤ ਵਿੱਚ ਯੂਜ਼ਰ ਨੂੰ ਨਤੀਜਾ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਬਾਅਦ ਛੇਵਾਂ ਪੁਆਇੰਟ ਹੈ ਸਟੋਰੇਜ। ਸੋ ਕੰਪਿਊਟਰ ਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਹਰੇਕ ਕੰਪਿਊਟਰ ਵਿੱਚ ਇੱਕ ਹਾਰਡ ਡਿਸਕ ਉਪਕਰਨ ਲੱਗਾ ਹੁੰਦਾ ਹੈ ਜੋ ਕਿ ਹਰੇਕ ਕਿਸਮ ਦਾ ਡਾਟਾ ਸਟੋਰ ਕਰਨ ਦੇ ਸਮਰੱਥ ਹੁੰਦਾ ਹੈ। ਇਸ ਵਿੱਚ ਅਸੀਂ ਅੱਖਰ, ਆਵਾਜ਼ਾਂ, ਵੀਡੀਓ, ਪ੍ਰੋਗਰਾਮ, ਐਨੀਮੇਸ਼ਨ ਆਦਿ ਨੂੰ ਡਾਟਾ ਦੇ ਰੂਪ ਵਿੱਚ ਸਟੋਰ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਕੰਪਿਊਟਰ ਦੇ ਕੋਈ 5 ਪ੍ਰਯੋਗ ਖੇਤਰਾਂ ਦੀ ਵਿਆਖਿਆ ਕਰੋ। ਸੋ ਕੰਪਿਊਟਰ ਦੇ ਪ੍ਰਯੋਗ ਖੇਤਰਾਂ ਤੋਂ ਭਾਵ ਹੈ ਉਹ ਸਾਰੇ ਖੇਤਰ ਜਿਨ੍ਹਾਂ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਵਿੱਚ ਸਾਡੇ ਕੋਲ ਪਹਿਲਾ ਖੇਤਰ ਹੈ ਸਿੱਖਿਆ। ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਵਿਦਿਆਰਥੀਆਂ ਵੱਲੋਂ ਨੋਟਸ ਤਿਆਰ ਕਰਨ, ਡਰਾਇੰਗ ਕਰਨ, ਪ੍ਰੋਜੈਕਟ ਬਣਾਉਣ, ਈ-ਕੰਟੈਂਟ ਰਾਹੀਂ ਪੜ੍ਹਾਈ ਕਰਨ ਆਦਿ ਲਈ ਕੀਤੀ ਜਾਂਦੀ ਹੈ ਅਤੇ ਅਧਿਆਪਕਾਂ ਵੱਲੋਂ ਕੰਪਿਊਟਰ ਦੀ ਵਰਤੋਂ ਨਤੀਜਾ ਤਿਆਰ ਕਰਨ, ਟਾਈਮ ਟੇਬਲ ਬਣਾਉਣ, ਰਿਪੋਰਟ ਕਾਰਡ ਬਣਾਉਣ ਆਦਿ ਲਈ ਕੀਤੀ ਜਾਂਦੀ ਹੈ। ਦੂਸਰਾ ਖੇਤਰ ਹੈ ਮਨੋਰੰਜਨ। ਸੋ ਕੰਪਿਊਟਰ ਮਨੋਰੰਜਨ ਦਾ ਇੱਕ ਵਧੀਆ ਸਾਧਨ ਹੈ। ਅਸੀਂ ਕੰਪਿਊਟਰ ਰਾਹੀਂ ਗਾਣੇ ਸੁਣ ਸਕਦੇ ਹਾਂ, ਫਿਲਮਾਂ ਦੇਖ ਸਕਦੇ ਹਾਂ, ਗੇਮਾਂ ਖੇਡ ਸਕਦੇ ਹਾਂ, ਅਵਾਸਤਵਿਕ 3D ਪ੍ਰਭਾਵਾਂ ਦਾ ਆਨੰਦ ਲੈ ਸਕਦੇ ਹਾਂ, ਕਾਰਟੂਨਾਂ ਦੇ ਰੂਪ ਵਿੱਚ ਨਵੀਆਂ ਕਹਾਣੀਆਂ ਅਤੇ ਮਜ਼ਾਕੀਆ ਦ੍ਰਿਸ਼ ਵੀ ਪੇਸ਼ ਕਰ ਸਕਦੇ ਹਾਂ। ਮਲਟੀਮੀਡੀਆ ਦਾ ਇਹ ਖੇਤਰ ਖੇਡ ਵਿੱਚ ਸਿੱਖਣ ਦੇ ਤਰੀਕਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੋ ਤੀਸਰਾ ਇਸ ਦਾ ਖੇਤਰ ਹੈ ਖੇਡਾਂ। ਸੋ ਕੰਪਿਊਟਰ ਦੀ ਵਰਤੋਂ ਖੇਡਾਂ ਦੇ ਖੇਤਰ ਵਿੱਚ ਖਿਡਾਰੀਆਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਕੀਤਾ ਜਾਂਦਾ ਹੈ। ਖਿਡਾਰੀ ਦੀ ਕੁਸ਼ਲਤਾ ਵਿੱਚ ਸੁਧਾਰ ਜਾਰੀ ਰੱਖਣ ਲਈ ਉਸ ਦਾ ਰੋਜ਼ਾਨਾ ਰਿਕਾਰਡ ਕੰਪਿਊਟਰ ਵਿੱਚ ਸਟੋਰ ਕੀਤਾ ਜਾਂਦਾ ਹੈ। ਅਵਾਸਤਵਿਕ 3D ਸਟੇਸ਼ਨ ਦੀ ਵਰਤੋਂ ਕਰਕੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਬੰਦ ਕਮਰੇ ਵਿੱਚ ਅਭਿਆਸ ਕਰਨ ਲਈ ਖੇਡਿਆ ਜਾ ਸਕਦਾ ਹੈ। ਸੋ ਚੌਥਾ ਇਸ ਦਾ ਖੇਤਰ ਹੈ ਹਸਪਤਾਲ। ਹਸਪਤਾਲਾਂ ਵਿੱਚ ਮਰੀਜ਼ ਦਾ ਰਿਕਾਰਡ ਕੰਪਿਊਟਰ ਵਿੱਚ ਦਰਜ ਕਰਕੇ ਰੱਖਿਆ ਜਾਂਦਾ ਹੈ। ਇਸ ਨਾਲ ਮਰੀਜ਼ ਦੀ ਸਿਹਤ ਸੰਬੰਧੀ ਦੇਖ ਰੇਖ ਆਸਾਨੀ ਨਾਲ ਹੋ ਸਕਦੀ ਹੈ। ਮਰੀਜ਼ ਦੀਆਂ ਚੱਲ ਰਹੀਆਂ ਦਵਾਈਆਂ ਦਾ ਹਿਸਾਬ ਅਤੇ ਹਰੇਕ ਦਵਾਈ ਦਾ ਮਰੀਜ਼ ਦੀ ਸਿਹਤ 'ਤੇ ਹੋਣ ਵਾਲਾ ਪ੍ਰਭਾਵ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ। ਸੋ ਕੰਪਿਊਟਰ ਦੀ ਵਰਤੋਂ ਲੈਬੋਰੇਟਰੀ ਵਿੱਚ ਗੁੰਝਲਦਾਰ ਟੈਸਟ ਕਰਨ ਲਈ ਵੀ ਕੀਤੀ ਜਾਂਦੀ ਹੈ। ਸੋ ਪੰਜਵਾਂ ਇਸ ਦਾ ਖੇਤਰ ਹੈ ਬੈਂਕਾਂ ਵਿੱਚ। ਸੋ ਬੈਂਕ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਬੈਂਕ ਵਿਚਲੇ ਜ਼ਿਆਦਾ ਕੰਮ ਖਾਤੇ ਵਿੱਚੋਂ ਪੈਸੇ ਜਮ੍ਹਾਂ ਕਰਵਾਉਣ ਅਤੇ ਕਢਵਾਉਣ ਨਾਲ ਸੰਬੰਧਿਤ ਹੁੰਦੇ ਹਨ। ਅਜਿਹਾ ਹਰ ਕੰਮ ਡਾਟਾ ਪ੍ਰੋਸੈਸਿੰਗ ਨਾਲ ਸੰਬੰਧਿਤ ਹੁੰਦਾ ਹੈ ਅਤੇ ਅਜਿਹੀਆਂ ਪ੍ਰੋਸੈਸਿੰਗ ਨੂੰ ਸਹੀ ਢੰਗ ਨਾਲ ਕਰਨ ਲਈ ਕੰਪਿਊਟਰ ਦੀ ਲੋੜ ਹੁੰਦੀ ਹੈ। ਇਸ ਨਾਲ ਸਾਰੇ ਖਾਤਿਆਂ ਦਾ ਪ੍ਰਬੰਧ ਬਹੁਤ ਆਸਾਨੀ ਨਾਲ ਅਤੇ ਵਧੀਆ ਢੰਗ ਨਾਲ ਹੋ ਜਾਂਦਾ ਹੈ। ਸੋ ਅਗਲਾ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਕੰਪਿਊਟਰ ਦੀਆਂ ਕੀ ਸੀਮਾਵਾਂ ਹਨ। ਸੋ ਕੰਪਿਊਟਰ ਬਹੁਤ ਸਾਰੇ ਕੰਮ ਕਰਨ ਦੇ ਯੋਗ ਹੁੰਦਾ ਹੈ ਪਰ ਇਹ ਇੱਕ ਮਸ਼ੀਨ ਹੋਣ ਦੇ ਕਾਰਨ ਕਈ ਕੰਮ ਕਰਨ ਤੋਂ ਅਸਮਰਥ ਹੁੰਦਾ ਹੈ। ਅਜਿਹੇ ਕੰਮਾਂ ਨੂੰ ਹੀ ਕੰਪਿਊਟਰ ਦੀਆਂ ਸੀਮਾਵਾਂ ਕਿਹਾ ਜਾਂਦਾ ਹੈ। ਜਿਸ ਵਿੱਚ ਸਾਡੇ ਕੋਲ ਪਹਿਲੀ ਹੈ ਇੱਕ ਕੰਪਿਊਟਰ ਆਪਣੇ ਆਪ ਕੋਈ ਵੀ ਫੈਸਲਾ ਨਹੀਂ ਲੈ ਸਕਦਾ। ਦੂਸਰਾ ਪੁਆਇੰਟ ਹੈ ਕੰਪਿਊਟਰ ਕਿਸੇ ਗਲਤ ਹਦਾਇਤ ਨੂੰ ਵੀ ਸਹੀ ਨਹੀਂ ਕਰ ਸਕਦਾ। ਤੀਸਰਾ ਪੁਆਇੰਟ ਹੈ ਕੰਪਿਊਟਰ ਯੂਜ਼ਰ ਦੀਆਂ ਹਦਾਇਤਾਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰ ਸਕਦਾ। ਚੌਥਾ ਪੁਆਇੰਟ ਹੈ ਕੰਪਿਊਟਰ ਵਿੱਚ ਭਾਵਨਾਵਾਂ ਅਤੇ ਸਮਝ ਨਹੀਂ ਹੁੰਦੀ। ਪੰਜਵਾਂ ਪੁਆਇੰਟ ਹੈ ਕਿਸੇ ਮਨੁੱਖ ਦੀ ਤਰ੍ਹਾਂ ਇਸ ਕੋਲ ਕੋਈ ਗਿਆਨ ਅਤੇ ਤਜਰਬਾ ਵੀ ਨਹੀਂ ਹੁੰਦਾ। ਅੱਗੇ ਸਾਡੇ ਕੋਲ ਹੈ ਚੌਥਾ ਪ੍ਰਸ਼ਨ ਪੋਰਟੇਬਲ ਕੰਪਿਊਟਿੰਗ ਯੰਤਰਾਂ ਤੋਂ ਕੀ ਭਾਵ ਹੈ। ਕਿਸੇ 3 ਅਜਿਹੇ ਯੰਤਰਾਂ ਦੀ ਵਿਆਖਿਆ ਕਰੋ। ਸੋ ਉਹ ਉਪਕਰਨ ਜਾਂ ਉਹ ਸਾਰੇ ਉਪਕਰਨ ਜੋ ਡਾਟੇ ਨੂੰ ਪ੍ਰੋਸੈਸ ਕਰਦੇ ਹਨ ਅਤੇ ਜਿਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ਨੂੰ ਪੋਰਟੇਬਲ ਕੰਪਿਊਟਿੰਗ ਯੰਤਰ ਕਿਹਾ ਜਾਂਦਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹਨ। ਸਭ ਤੋਂ ਪਹਿਲਾਂ ਸਾਡੇ ਕੋਲ ਸਮਾਰਟਫੋਨ। ਸਮਾਰਟਫੋਨ ਇੱਕ ਪੋਰਟੇਬਲ ਯੰਤਰ ਹੈ ਜਿਸ ਦੀ ਵਰਤੋਂ ਫੋਨ ਕਰਨ ਅਤੇ ਡਾਟੇ ਨੂੰ ਡਿਜੀਟਲ ਰੂਪ ਵਿੱਚ ਪ੍ਰੋਸੈਸ ਕਰਨ ਲਈ ਕੀਤੀ ਜਾਂਦੀ ਹੈ। ਸਮਾਰਟਫੋਨ ਸਾਨੂੰ ਕੈਮਰੇ ਅਤੇ ਵਧੇਰੇ ਡਾਟਾ ਸਟੋਰੇਜ ਦੀ ਸੁਵਿਧਾ ਦਿੰਦੇ ਹਨ। ਸਮਾਰਟਫੋਨ ਦੀ ਵਰਤੋਂ ਸਿੱਖਿਆ, ਵਪਾਰ, ਮਨੋਰੰਜਨ ਅਤੇ ਗੇਮਾਂ ਖੇਡਣ ਲਈ ਕੀਤੀ ਜਾਂਦੀ ਹੈ। ਦੂਸਰਾ ਇਸ ਦਾ ਯੰਤਰ ਹੈ ਟੈਬਲੇਟ ਕੰਪਿਊਟਰ। ਟੈਬਲੇਟ ਕੰਪਿਊਟਰ ਇੱਕ ਪਤਲਾ ਅਤੇ ਪੋਰਟੇਬਲ ਕੰਪਿਊਟਰ ਹੁੰਦਾ ਹੈ। ਇਹ ਬੈਟਰੀ ਨਾਲ ਚੱਲਦਾ ਹੈ ਅਤੇ ਇਸ ਵਿੱਚ ਟੱਚ ਸਕਰੀਨ ਲੱਗੀ ਹੁੰਦੀ ਹੈ ਜੋ ਇਸ ਨੂੰ ਵਰਤਣ ਵਿੱਚ ਮਦਦ ਕਰਦੀ ਹੈ। ਟੈਬਲੇਟ ਵਿੱਚ ਅਸੀਂ ਬਿਨਾਂ ਕੀਬੋਰਡ ਤੋਂ ਲਿਖ ਸਕਦੇ ਹਾਂ। ਤੀਸਰਾ ਪੋਰਟੇਬਲ ਕੰਪਿਊਟਰ ਹੈ ਪਾਮ ਟੌਪ ਕੰਪਿਊਟਰ। ਸੋ ਪਾਮ ਟੌਪ ਕੰਪਿਊਟਰ ਇੱਕ ਅਜਿਹਾ ਕੰਪਿਊਟਰ ਹੁੰਦਾ ਹੈ ਜਿਸ ਨੂੰ ਆਸਾਨੀ ਨਾਲ ਹਥੇਲੀ 'ਤੇ ਰੱਖ ਕੇ ਚਲਾਇਆ ਜਾ ਸਕਦਾ ਹੈ। ਇਸ ਕਿਸਮ ਦੇ ਕੰਪਿਊਟਰ ਵਿੱਚ ਇੱਕ ਛੋਟੀ ਸਕਰੀਨ ਅਤੇ ਇੱਕ ਕੀਬੋਰਡ ਮੌਜੂਦ ਹੁੰਦਾ ਹੈ। ਇਹ ਇਸ ਦੇ ਸੀਮਿਤ ਉਪਯੋਗਾਂ ਕਾਰਨ ਜ਼ਿਆਦਾ ਮਸ਼ਹੂਰ ਨਹੀਂ ਹੈ।
ਸੋ ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਕੰਪਿਊਟਰ ਦੀ ਵਰਤੋਂ ਬਾਰੇ ਦੱਸੋ। ਸੋ ਕੰਪਿਊਟਰ ਦੀ ਵਰਤੋਂ ਨਿਮਨਲਿਖਿਤ ਕੰਮਾਂ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਕੰਪਿਊਟਰ ਦੀ ਵਰਤੋਂ ਗਣਿਤਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ। ਕੰਪਿਊਟਰ ਦੀ ਵਰਤੋਂ ਖੇਡਣ ਵਾਸਤੇ ਕੀਤੀ ਜਾਂਦੀ ਹੈ। ਕੰਪਿਊਟਰ ਦੀ ਵਰਤੋਂ ਚਿੱਤਰਕਾਰੀ ਕਰਨ ਲਈ ਕੀਤੀ ਜਾਂਦੀ ਹੈ। ਚੌਥਾ ਪੁਆਇੰਟ ਹੈ ਕੰਪਿਊਟਰ ਦੀ ਵਰਤੋਂ ਕੰਪਿਊਟਰ ਦੀ ਵਰਤੋਂ ਕਰਕੇ ਅਸੀਂ ਗਾਣੇ ਸੁਣ ਅਤੇ ਫਿਲਮਾਂ ਵੇਖ ਸਕਦੇ ਹਾਂ। ਪੰਜਵਾਂ ਪੁਆਇੰਟ ਹੈ ਕੰਪਿਊਟਰ ਦੀ ਵਰਤੋਂ ਕਿਤਾਬਾਂ ਅਤੇ ਅਖਬਾਰਾਂ ਤਿਆਰ ਅਤੇ ਛਾਪਣ ਲਈ ਕਰ ਸਕਦੇ ਹਾਂ। ਛੇਵਾਂ ਪੁਆਇੰਟ ਹੈ ਕੰਪਿਊਟਰ ਦੀ ਮਦਦ ਨਾਲ ਟ੍ਰੇਨਾਂ, ਬੱਸਾਂ ਅਤੇ ਹਵਾਈ ਜਹਾਜ਼ਾਂ ਦੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਹਾਂ। ਸੱਤਵਾਂ ਪੁਆਇੰਟ ਹੈ ਕੰਪਿਊਟਰ ਦੀ ਮਦਦ ਨਾਲ ਟ੍ਰੇਨਾਂ, ਬੱਸਾਂ ਅਤੇ ਹਵਾਈ ਜਹਾਜ਼ਾਂ ਦੇ ਆਉਣ ਜਾਣ ਦੀ ਜਿਹੜੀ ਸਮਾਂ ਸਾਰਣੀ ਹੈ ਉਹ ਵੀ ਵੇਖ ਸਕਦੇ ਹਾਂ। ਅੱਠਵਾਂ ਪੁਆਇੰਟ ਹੈ ਕੰਪਿਊਟਰ ਦੀ ਮਦਦ ਨਾਲ ਕਿਸੇ ਵੀ ਥਾਂ 'ਤੇ ਜਾਣ ਤੋਂ ਪਹਿਲਾਂ ਉਸ ਥਾਂ ਦੇ ਮੌਸਮ ਦੀ ਜਾਣਕਾਰੀ ਪਤਾ ਕਰ ਸਕਦੇ ਹਾਂ। ਸੋ ਕੰਪਿਊਟਰ ਦੀ ਮਦਦ ਨਾਲ ਵਿਦਿਆਰਥੀਆਂ ਦੇ ਨਤੀਜੇ, ਟਾਈਮ ਟੇਬਲ, ਰਿਪੋਰਟਾਂ ਤਿਆਰ ਕਰ ਸਕਦੇ ਹਾਂ। ਕੰਪਿਊਟਰ ਵਿੱਚ ਅਸੀਂ ਜ਼ਰੂਰੀ ਡਾਟਾ ਭਵਿੱਖ ਲਈ ਸੇਵ ਵੀ ਕਰਕੇ ਰੱਖ ਸਕਦੇ ਹਾਂ। ਅੱਗੇ ਹੁਣ ਅਸੀਂ ਇਸ ਪਾਰਟ ਦਾ ਜਿਹੜਾ ਅਭਿਆਸ ਹੈ ਉਹ ਕਵਰ ਕਰਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲਾਂ ਹੈ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ ਸਾਡੇ ਕੋਲ ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁਟ ਪ੍ਰਾਪਤ ਕਰਦਾ ਹੈ। ਸਾਡੇ ਕੋਲ ਦੇ ਆਪਸ਼ਨ ਹੈ ਇਨਪੁਟ ਯੂਨਿਟ, ਆਊਟਪੁੱਟ ਯੂਨਿਟ, ਕੰਟਰੋਲ ਯੂਨਿਟ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਕੰਪਿਊਟਰ ਸਿਸਟਮ ਦਾ ਇਨਪੁਟ ਯੂਨਿਟ ਭਾਗ ਯੂਜ਼ਰ ਤੋਂ ਇਨਪੁਟ ਪ੍ਰਾਪਤ ਕਰਦਾ ਹੈ। ਸੋ ਅੱਗੇ ਸਾਡੇ ਕੋਲ ਹੈ ਦੂਸਰਾ ਖਾਲੀ ਥਾਂ ਹੈ, ਇਹਨਾਂ ਵਿੱਚੋਂ CPU ਦਾ ਭਾਗ ਕਿਹੜਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਕੰਟਰੋਲ ਯੂਨਿਟ, ਮੈਮਰੀ ਯੂਨਿਟ, ALU ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕੰਟਰੋਲ ਯੂਨਿਟ, ਮੈਮਰੀ ਯੂਨਿਟ ਅਤੇ ALU CPU ਦੇ ਭਾਗ ਹਨ। ਤੀਸਰੀ ਸਾਡੇ ਕੋਲ ਪ੍ਰਸ਼ਨ ਹੈ ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇ ਤੌਰ 'ਤੇ ਡਾਟਾ ਸਟੋਰ ਕਰਦੀ ਹੈ। ਤਾਂ ਸਾਡੇ ਕੋਲ ਇਹਦੇ ਆਪਸ਼ਨ ਹੈ ਪ੍ਰਾਇਮਰੀ ਮੈਮਰੀ, RAM, ਸੈਕੰਡਰੀ ਮੈਮਰੀ ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕੰਪਿਊਟਰ ਮੈਮਰੀ ਵਿੱਚ ਸੈਕੰਡਰੀ ਮੈਮਰੀ ਪੱਕੇ ਤੌਰ 'ਤੇ ਡਾਟਾ ਸਟੋਰ ਕਰਦੀ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ। ਤਾਂ ਸਾਡੇ ਕੋਲ ਇਹਦੇ ਆਪਸ਼ਨ ਹੈ ਮੇਨ ਫਰੇਮ ਕੰਪਿਊਟਰ, ਮਿਨੀ ਕੰਪਿਊਟਰ, ਮਾਈਕਰੋ ਕੰਪਿਊਟਰ ਜਾਂ ਸੁਪਰ ਕੰਪਿਊਟਰ। ਤਾਂ ਸਾਡੇ ਕੋਲ ਦਾ ਸਹੀ ਉੱਤਰ ਹੈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਸੁਪਰ ਕੰਪਿਊਟਰ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਊਟਪੁੱਟ ਦੇ ਤੌਰ 'ਤੇ ਯੂਜ਼ਰ ਨੂੰ ਦਿੰਦਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਨੇ ਮੈਮਰੀ, ਇਨਪੁਟ ਯੂਨਿਟ, ਕੰਟਰੋਲ ਯੂਨਿਟ ਜਾਂ ਆਊਟਪੁੱਟ ਯੂਨਿਟ। ਸਾਡੇ ਕੋਲ ਸਹੀ ਉੱਤਰ ਹੈ ਕੰਪਿਊਟਰ ਸਿਸਟਮ ਦਾ ਆਊਟਪੁੱਟ ਯੂਨਿਟ ਭਾਗ ਨਤੀਜੇ ਨੂੰ ਆਊਟਪੁੱਟ ਦੇ ਤੌਰ 'ਤੇ ਯੂਜ਼ਰ ਨੂੰ ਦਿੰਦਾ ਹੈ। ਸੋ ਅੱਗੇ ਸਾਡੇ ਕੋਲ ਹੈ ਪੂਰੇ ਨਾਮ ਲਿਖੋ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ALU। ਤੇ ALU ਦਾ ਪੂਰਾ ਨਾਮ ਹੈ ਅਰਥਮੈਟਿਕ ਲੌਜਿਕ ਯੂਨਿਟ। ਦੂਸਰਾ CPU ਦਾ ਪੂਰਾ ਨਾਮ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ। ਤੀਸਰਾ ਹੈ LCD ਦਾ ਨਾਮ ਹੈ ਲਿਕੁਇਡ ਕ੍ਰਿਸਟਲ ਡਿਸਪਲੇ। ਚੌਥਾ ਹੈ RAM ਦਾ ਪੂਰਾ ਨਾਮ ਹੈ ਰੈਂਡਮ ਐਕਸੈਸ ਮੈਮਰੀ। ਪੰਜਵਾਂ ਹੈ ROM ਦਾ ਪੂਰਾ ਨਾਮ ਹੈ ਰੀਡ ਓਨਲੀ ਮੈਮਰੀ। ਛੇਵਾਂ ਹੈ CU ਦਾ ਪੂਰਾ ਨਾਮ ਹੁੰਦਾ ਕੰਟਰੋਲ ਯੂਨਿਟ। ਸੱਤਵਾਂ MU ਦਾ ਪੂਰਾ ਨਾਮ ਹੁੰਦਾ ਮੈਮਰੀ ਯੂਨਿਟ। ਤੇ ਲਾਸਟ ਸਾਡੇ ਕੋਲ IPU ਦਾ ਪੂਰਾ ਨਾਮ ਹੁੰਦਾ ਵਾ ਇਨੀਸ਼ੀਅਲ ਪਬਲਿਕ ਆਫਰਿੰਗ। ਉਸ ਤੋਂ ਬਾਅਦ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ CPU ਦੇ ਭਾਗਾਂ ਦੇ ਨਾਂ ਲਿਖੋ। ਸੋ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਭਾਗ ਨੂੰ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਮੈਮਰੀ ਯੂਨਿਟ, ਦੂਸਰਾ ਕੰਟਰੋਲ ਯੂਨਿਟ, ਤੀਸਰਾ ਹੈ ਅਰਥਮੈਟਿਕ ਅਤੇ ਲੌਜਿਕ ਯੂਨਿਟ। ਦੂਸਰਾ ਪ੍ਰਸ਼ਨ ਹੈ ਕੰਪਿਊਟਰ ਮੈਮਰੀ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਹਨ। ਸੋ ਕੰਪਿਊਟਰ ਮੈਮਰੀ ਦੀਆਂ ਸਾਡੇ ਕੋਲ 2 ਕਿਸਮਾਂ ਹੁੰਦੀਆਂ ਹਨ, ਜਿਸ ਵਿੱਚ ਪਹਿਲੀ ਹੈ ਪ੍ਰਾਇਮਰੀ ਮੈਮਰੀ ਅਤੇ ਦੂਸਰੀ ਹੈ ਸੈਕੰਡਰੀ ਮੈਮਰੀ। ਤੀਸਰਾ ਪ੍ਰਸ਼ਨ ਹੈ ਸੈਕੰਡਰੀ ਸਟੋਰੇਜ ਉਪਕਰਨ ਕੀ ਹੁੰਦੇ ਹਨ। ਸੋ ਸੈਕੰਡਰੀ ਸਟੋਰੇਜ ਉਪਕਰਨ ਵਿੱਚ ਉਹ ਸਾਰਾ ਡਾਟਾ ਸਟੋਰ ਹੁੰਦਾ ਹੈ ਜੋ ਮੌਜੂਦਾ ਸਮੇਂ ਵਿੱਚ ਕੰਪਿਊਟਰ ਦੀ ਮੁੱਢਲੀ ਸਟੋਰੇਜ ਜਾਂ ਮੇਨ ਮੈਮਰੀ ਵਿੱਚ ਨਹੀਂ ਹੁੰਦਾ। ਇਹ ਕੰਪਿਊਟਰ ਸਿਸਟਮ ਦੀ ਅਜਿਹੀ ਮੈਮਰੀ ਹੈ ਜਿਸ ਨਾਲ CPU ਦਾ ਸਿੱਧਾ ਸੰਪਰਕ ਨਹੀਂ ਹੁੰਦਾ। ਇਸ ਦੀ ਵਰਤੋਂ ਡਾਟਾ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਲਈ ਹੁੰਦਾ ਹੈ ਅਤੇ ਬਿਜਲੀ ਜਾਣ 'ਤੇ ਵੀ ਇਸ ਵਿੱਚ ਸਟੋਰ ਕੀਤਾ ਡਾਟਾ ਕਦੇ ਵੀ ਨਸ਼ਟ ਨਹੀਂ ਹੁੰਦਾ। ਇਸ ਕਰਕੇ ਇਸ ਨੂੰ ਵੋਲਾਟਾਈਲ ਮੈਮਰੀ ਵੀ ਕਿਹਾ ਜਾਂਦਾ ਹੈ। ਇਹ ਬਹੁਤ ਜ਼ਿਆਦਾ ਮਹਿੰਗੀ ਨਹੀਂ ਹੁੰਦੀ, ਇਸ ਦੀ ਸਟੋਰੇਜ ਸਮਰੱਥਾ ਜ਼ਿਆਦਾ ਹੁੰਦੀ ਹੈ। ਇਹ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਈ ਜਾ ਸਕਦੀ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ALU ਦਾ ਕੀ ਕੰਮ ਹੁੰਦਾ ਹੈ।
ਸੋ ਇਹ ਯੂਨਿਟ ਅੰਕ ਗਣਿਤ ਅਤੇ ਲੌਜੀਕਲ ਕੰਮ ਕਰਦਾ ਹੈ। ALU ਨੂੰ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਬਲਾਕ ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ। ਸੋ ALU ਦਾ ਪੂਰਾ ਨਾਮ ਹੈ ਅਰਥਮੈਟਿਕ ਅਤੇ ਲੌਜਿਕ ਯੂਨਿਟ। ਡਿਜੀਟਲ ਕੰਪਿਊਟਰ ਵਿੱਚ ਬਹੁਤ ਸਾਰੇ ਕੰਮ ਤਰਕ ਦੇ ਆਧਾਰ ਤੇ ਕੀਤੇ ਜਾਂਦੇ ਹਨ ਅਤੇ ਪ੍ਰੋਸੈਸ ਕਰਨ ਲਈ ਬਹੁਤ ਸਾਰੀਆਂ ਗਣਨਾਵਾਂ ਨਾਲ ਸੰਬੰਧਿਤ ਹੁੰਦੇ ਹਨ। ਸੋ ਕੰਪਿਊਟਰ ਸਿਸਟਮ ਦਾ ਇਹ ਭਾਗ ਮਾਈਕਰੋ ਪ੍ਰੋਸੈਸਰ ਦੇ ਅੰਦਰ ਹੀ ਬਣਿਆ ਹੁੰਦਾ ਹੈ। ਸੋ ਪੰਜਵਾਂ ਪ੍ਰਸ਼ਨ ਹੈ, ਮਾਈਕਰੋ ਕੰਪਿਊਟਰ ਕੀ ਹੈ? ਸੋ ਮਾਈਕਰੋ ਕੰਪਿਊਟਰ ਇੰਨੇ ਛੋਟੇ ਹੁੰਦੇ ਸੀ ਕਿ ਇਹਨਾਂ ਨੂੰ ਡੈਸਕ ਤੇ ਆਸਾਨੀ ਨਾਲ ਰੱਖਿਆ ਜਾ ਸਕਦਾ ਸੀ। ਇਹਨਾਂ ਨੂੰ ਕੰਪਿਊਟਰ ਔਨ ਚਿਪ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਲਗਭਗ 1 ਲੱਖ ਤੱਕ ਗਣਨਾਵਾਂ ਪ੍ਰਤੀ ਸੈਕਿੰਡ ਕਰਦੇ ਹਨ। ਇਹਨਾਂ ਕੰਪਿਊਟਰਾਂ ਦੀ ਵਰਤੋਂ ਛੋਟੇ ਦਫ਼ਤਰਾਂ, ਸਕੂਲਾਂ, ਛੋਟੇ ਵਪਾਰਾਂ ਅਤੇ ਹੋਰ ਕੰਮਕਾਰ ਦੇ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ 6ਵਾਂ ਪ੍ਰਸ਼ਨ ਹੈ, ਕੰਪਿਊਟਰ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ? ਸੋ ਕੰਪਿਊਟਰ ਨੂੰ ਰਫ਼ਤਾਰ, ਮੈਮਰੀ, ਪ੍ਰੋਸੈਸਿੰਗ ਸਮਰੱਥਾ ਅਤੇ ਸਟੋਰੇਜ ਸਮਰੱਥਾ ਦੇ ਆਧਾਰ ਤੇ ਇਸ ਦੀਆਂ 4 ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਸਾਡੇ ਕੋਲ ਹੈ ਮਾਈਕਰੋ ਕੰਪਿਊਟਰ, ਦੂਸਰਾ ਮਿਨੀ ਕੰਪਿਊਟਰ, ਤੀਸਰਾ ਮੇਨ ਫਰੇਮ ਕੰਪਿਊਟਰ ਅਤੇ ਚੌਥਾ ਹੈ ਸੁਪਰ ਕੰਪਿਊਟਰ। ਸੋ ਅੱਗੇ ਸਾਡੇ ਕੋਲ ਹੈ ਵੱਡੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਕੰਪਿਊਟਰ ਦੇ ਬਲਾਕ ਚਿੱਤਰ ਤੋਂ ਤੁਹਾਡਾ ਕੀ ਭਾਵ ਹੈ? ਇਸ ਦੇ ਭਾਗਾਂ ਦੀ ਵਿਆਖਿਆ ਕਰੋ। ਸੋ ਕੰਪਿਊਟਰ ਦੇ ਬਲਾਕ ਚਿੱਤਰ ਤੋਂ ਭਾਵ ਹੈ ਕੰਪਿਊਟਰ ਦੇ ਸਾਰੇ ਭਾਗਾਂ ਦੇ ਆਪਸੀ ਸੰਬੰਧਾਂ ਦੀ ਬਣਤਰ। ਸੋ ਅਸੀਂ ਇਸ ਬਣਤਰ ਨੂੰ ਗ੍ਰਾਫਿਕਲ ਪੇਸ਼ਕਾਰੀ ਦੇ ਰੂਪ ਵਿੱਚ ਦੇਖ ਸਕਦੇ ਹਾਂ, ਜਿਵੇਂ ਕਿ ਚਿੱਤਰ ਦੇਖ ਪਾ ਰਹੇ ਹੋ। ਤੇ ਇਸ ਦੇ ਮੇਨ 3 ਭਾਗ ਹੁੰਦੇ ਹਨ, ਇਨਪੁਟ ਯੂਨਿਟ, CPU ਅਤੇ ਆਊਟਪੁੱਟ ਯੂਨਿਟ। ਸੋ ਇਸ ਵਿੱਚ ਅੱਗੇ ਅਸੀਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਭਾਗਾਂ ਬਾਰੇ ਜਾਣਾਂਗੇ, ਜਿਸ ਵਿੱਚ ਪਹਿਲਾ ਹੈ ਮੈਮਰੀ ਯੂਨਿਟ। ਸੋ ਮੈਮਰੀ ਯੂਨਿਟ ਕੰਪਿਊਟਰ ਸਿਸਟਮ ਦਾ ਉਹ ਭਾਗ ਹੈ ਜਿੱਥੇ ਪ੍ਰੋਸੈਸਿੰਗ ਲਈ ਡਾਟਾ ਅਤੇ ਹਦਾਇਤਾਂ ਨੂੰ ਰੱਖਿਆ ਜਾਂਦਾ ਹੈ। ਭਾਵੇਂ ਕਿ ਇਹ CPU ਦੇ ਨਾਲ ਬਹੁਤ ਨਜ਼ਦੀਕੀ ਸੰਬੰਧ ਰੱਖਦਾ ਹੈ, ਪਰ ਅਸਲ ਵਿੱਚ ਇਹ ਉਸ ਤੋਂ ਵੱਖਰਾ ਹੁੰਦਾ ਹੈ। ਮੈਮਰੀਜ਼ ਬਹੁਤ ਕਿਸਮਾਂ ਦੀਆਂ ਹੁੰਦੀਆਂ ਹਨ। ਹਰੇਕ ਕਿਸਮ ਦੀ ਮੈਮਰੀ ਇੱਕ ਵੱਖਰਾ ਕੰਮ ਕਰਦੀ ਹੈ। ਉਹਨਾਂ ਦਾ ਆਕਾਰ, ਸਟੋਰੇਜ ਸਮਰੱਥਾ, ਕੰਮ ਕਰਨ ਦਾ ਤਰੀਕਾ ਅਤੇ ਰਫ਼ਤਾਰ ਵੱਖ-ਵੱਖ ਹੁੰਦੀਆਂ ਹਨ। ਦੂਸਰਾ CPU ਦਾ ਭਾਗ ਹੈ ਕੰਟਰੋਲ ਯੂਨਿਟ। ਕੰਟਰੋਲ ਯੂਨਿਟ ਨੂੰ ਨਿਯੰਤਰਣ ਪ੍ਰਣਾਲੀ, ਕੇਂਦਰੀ ਕੰਟਰੋਲਰ ਜਾਂ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਸਿਸਟਮ ਦੇ ਵੱਖਰੇ-ਵੱਖਰੇ ਉਪਕਰਨਾਂ ਨੂੰ ਦਿਸ਼ਾ ਨਿਰਦੇਸ਼ ਦਿੰਦਾ ਹੈ, ਜਿਵੇਂ ਕਿ ਇਨਪੁਟ ਪ੍ਰਾਪਤ ਕਰਨਾ, ਪ੍ਰੋਸੈਸਿੰਗ ਲਈ ਡਾਟਾ ਨੂੰ ਸਟੋਰ ਕਰਨ ਦੀ ਹਦਾਇਤ ਦੇਣਾ ਅਤੇ ਨਤੀਜੇ ਪੈਦਾ ਕਰਨਾ। ਇਹ ਕਿਸੇ ਪ੍ਰੋਗਰਾਮ ਵਿੱਚ ਹਦਾਇਤਾਂ ਨੂੰ ਇੱਕ-ਇੱਕ ਕਰਕੇ ਪੜ੍ਹਦਾ ਹੈ, ਉਸ ਦਾ ਅਨੁਵਾਦ ਕਰਦਾ ਹੈ ਅਤੇ ਇੱਕ ਲੜੀ ਅਨੁਸਾਰ ਕੰਪਿਊਟਰ ਸਿਸਟਮ ਦੇ ਦੂਜੇ ਭਾਗਾਂ ਨੂੰ ਕੰਟਰੋਲ ਕਰਦਾ ਹੈ। ਅੱਗੇ ਤੀਸਰਾ ਭਾਗ ਹੈ ਅਰਥਮੈਟਿਕ ਅਤੇ ਲੌਜਿਕ ਯੂਨਿਟ। ਇਹ ਯੂਨਿਟ ਅੰਕ ਗਣਿਤ ਅਤੇ ਲੌਜੀਕਲ ਕੰਮ ਕਰਦਾ ਹੈ। ਸੋ ALU ਨੂੰ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਬਲਾਕ ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ। ਡਿਜੀਟਲ ਕੰਪਿਊਟਰ ਵਿੱਚ ਬਹੁਤ ਸਾਰੇ ਕੰਮ ਤਰਕ ਦੇ ਆਧਾਰ ਤੇ ਕੀਤੇ ਜਾਂਦੇ ਹਨ ਅਤੇ ਪ੍ਰੋਸੈਸ ਕਰਨ ਲਈ ਬਹੁਤ ਸਾਰੀਆਂ ਗਣਨਾਵਾਂ ਨਾਲ ਸੰਬੰਧਿਤ ਹੁੰਦੇ ਹਨ। ਸੋ ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਕੰਪਿਊਟਰ ਕਿਵੇਂ ਕੰਮ ਕਰਦਾ ਹੈ? ਇਸ ਦੇ ਭਾਗਾਂ ਦੀ ਵਿਆਖਿਆ ਕਰੋ। ਸੋ ਕੰਪਿਊਟਰ ਵਿੱਚ ਪ੍ਰੋਸੈਸਿੰਗ ਕਰਨ ਦਾ ਕ੍ਰਮ ਕੰਪਿਊਟਰ ਦਾ ਪ੍ਰੋਸੈਸਿੰਗ ਚੱਕਰ ਅਖਵਾਉਂਦਾ ਹੈ। ਸੋ ਕੰਪਿਊਟਰ ਪ੍ਰੋਸੈਸਿੰਗ ਨੂੰ 3 ਵੱਖ-ਵੱਖ ਭਾਗਾਂ ਵਿੱਚ ਦਰਸਾ ਸਕਦੇ ਹਾਂ, ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਇਨਪੁਟ, ਦੂਸਰਾ ਪ੍ਰੋਸੈਸ ਅਤੇ ਤੀਸਰਾ ਹੈ ਆਊਟਪੁੱਟ। ਪਹਿਲਾਂ ਅਸੀਂ ਇਨਪੁਟ ਬਾਰੇ ਜਾਣਾਂਗੇ। ਇਨਪੁਟ ਕੰਪਿਊਟਰ ਦੇ ਪ੍ਰੋਸੈਸਿੰਗ ਚੱਕਰ ਦਾ ਇਹ ਭਾਗ ਡਾਟਾ ਅਤੇ ਹਦਾਇਤਾਂ ਨੂੰ ਕੰਪਿਊਟਰ ਦੁਆਰਾ ਪ੍ਰਾਪਤ ਕਰਨ ਨਾਲ ਸੰਬੰਧਿਤ ਹੁੰਦਾ ਹੈ। ਕੰਪਿਊਟਰ ਸਿਸਟਮ ਵਿੱਚ ਬਹੁਤ ਸਾਰੀਆਂ ਹਦਾਇਤਾਂ ਬਿਜਲੀ ਸਿਗਨਲ ਦੇ ਰੂਪ ਵਿੱਚ ਹੀ ਪ੍ਰੋਸੈਸ ਹੁੰਦੀਆਂ ਹਨ। ਇਸ ਤਰ੍ਹਾਂ ਦੀ ਤਬਦੀਲੀ ਇਨਪੁਟ ਉਪਕਰਨਾਂ ਰਾਹੀਂ ਕੀਤੀ ਜਾਂਦੀ ਹੈ। ਦੂਸਰਾ ਭਾਗ ਹੈ ਪ੍ਰੋਸੈਸਿੰਗ। ਇਨਪੁਟ ਕੀਤੀਆਂ ਗਈਆਂ ਹਦਾਇਤਾਂ ਨੂੰ ਦਿੱਤੇ ਗਏ ਡਾਟਾ ਉੱਪਰ ਲਾਗੂ ਕਰਨ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਇਹ ਕੰਪਿਊਟਰ ਰਾਹੀਂ ਕੀਤਾ ਜਾਣ ਵਾਲਾ ਮੁੱਖ ਕਾਰਜ ਹੁੰਦਾ ਹੈ। ਪ੍ਰੋਸੈਸਿੰਗ ਦੌਰਾਨ ਬਹੁਤ ਸਾਰੇ ਗਣਿਤਿਕ ਅਤੇ ਤਾਰਕਿਕ ਕੰਮ ਹੁੰਦੇ ਹਨ। ਇਹ ਕੰਮ ਕੰਪਿਊਟਰ ਵਿੱਚ ਲੱਗੇ ਮਾਈਕਰੋ ਪ੍ਰੋਸੈਸਰ ਰਾਹੀਂ ਕੀਤਾ ਜਾਂਦਾ ਹੈ। ਤੀਸਰਾ ਸਾਡੇ ਕੋਲ ਭਾਗ ਹੈ ਆਊਟਪੁੱਟ। ਪ੍ਰੋਸੈਸਿੰਗ ਦੇ ਪੂਰਾ ਹੋ ਜਾਣ ਤੋਂ ਬਾਅਦ ਪੈਦਾ ਹੋਇਆ ਨਤੀਜਾ ਆਊਟਪੁੱਟ ਯੂਨਿਟ ਰਾਹੀਂ ਯੂਜ਼ਰ ਨੂੰ ਦਿੱਤਾ ਜਾਂਦਾ ਹੈ। ਆਊਟਪੁੱਟ ਮੰਤਵ ਲਈ ਵਰਤੇ ਜਾਣ ਵਾਲੇ ਉਪਕਰਨ ਨਤੀਜੇ ਨੂੰ ਬਿਜਲੀ ਦੇ ਸਿਗਨਲ ਤੋਂ ਮਨੁੱਖ ਰਾਹੀਂ ਸਮਝੀ ਜਾ ਸਕਣ ਵਾਲੀ ਕਿਸਮ ਵਿੱਚ ਤਬਦੀਲ ਕਰਦੇ ਹਨ। ਅੱਗੇ ਹੁਣ ਅਸੀਂ ਕੰਪਿਊਟਰ ਦੇ ਬੁਨਿਆਦੀ ਕੰਮ ਪਾਠ ਦਾ ਅਭਿਆਸ ਕਰ ਲੈਂਦੇ ਹਾਂ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਸਹੀ ਉੱਤਰ ਦੀ ਚੋਣ ਕਰੋ। ਜਿਸ ਵਿੱਚ ਸਾਡੇ ਕੋਲ ਪਹਿਲਾ ਪੁਆਇੰਟ ਹੈ, ਕੰਪਿਊਟਰ ਉੱਪਰ ਲੌਗਇਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ? ਜਿਸ ਦੇ ਸਾਡੇ ਕੋਲ ਆਪਸ਼ਨ ਹੈ ਸਟਾਰਟ ਮੈਨੂ, ਡੈਸਕਟਾਪ, ਟਾਸਕ ਬਾਰ ਜਾਂ ਇਹਨਾਂ ਵਿੱਚ ਕੋਈ ਨਹੀਂ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ
ਕੰਪਿਊਟਰ ਉੱਪਰ ਲੌਗਇਨ ਤੋਂ ਬਾਅਦ ਦਿਖਾਈ ਦੇਣ ਵਾਲੀ ਪਹਿਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ। ਦੂਸਰਾ ਸਾਡੇ ਕੋਲ ਪੁਆਇੰਟ ਹੈ ਡਿਲੀਟ ਕੀਤੀਆਂ ਹੋਈਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਜਿਹਦੇ ਸਾਡੇ ਕੋਲ ਆਪਸ਼ਨ ਹੈ ਮਾਈ ਕੰਪਿਊਟਰ, ਨੈਟਵਰਕ, ਰੀਸਾਈਕਲ ਬਿਨ, ਲਾਸਟ ਹੈ ਉਪਰੋਕਤ ਸਾਰੇ। ਸੋ ਡਿਲੀਟ ਕੀਤੀਆਂ ਹੋਈਆਂ ਫਾਈਲਾਂ ਸਾਨੂੰ ਹਮੇਸ਼ਾ ਰੀਸਾਈਕਲ ਬਿਨ ਵਿੱਚੋਂ ਪ੍ਰਾਪਤ ਹੁੰਦੀਆਂ ਹਨ। ਅਗਲੇ ਸਾਡੇ ਕੋਲ ਤੀਸਰਾ ਪੁਆਇੰਟ ਹੈ ਵਿੰਡੋ ਦਾ ਕਿਹੜਾ ਭਾਗ ਸਕਰੀਨ ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ ਜਦੋਂ ਅਸੀਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ। ਸਾਡੇ ਕੋਲ ਜੋ ਆਪਸ਼ਨ ਹੈ ਰੀਸਾਈਕਲ ਬਿਨ, ਡੈਸਕਟਾਪ, ਟਾਸਕ ਬਾਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਾਡੇ ਕੋਲ ਸਹੀ ਉੱਤਰ ਹੈ ਵਿੰਡੋ ਦਾ ਜਿਹੜਾ ਟਾਸਕ ਬਾਰ ਹੈ ਉਹ ਸਕਰੀਨ ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ ਜਦੋਂ ਅਸੀਂ ਹੋਰ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹੁੰਦੇ ਹਾਂ। ਚੌਥਾ ਸਾਡੇ ਕੋਲ ਪੁਆਇੰਟ ਹੈ ਕਿਹੜੀ ਆਪਰੇਟਿੰਗ ਸਿਸਟਮ ਦੀ ਉਦਾਹਰਣ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਵਿੰਡੋ, ਐਂਡਰੋਇਡ, ਡੌਸ ਜਾਂ ਉਪਰੋਕਤ ਸਾਰੇ। ਸਾਡੇ ਕੋਲ ਸਹੀ ਉੱਤਰ ਹੈ ਇਹ ਉਪਰੋਕਤ ਸਾਰੇ ਸਾਡੇ ਕੋਲ ਆਪਰੇਟਿੰਗ ਸਿਸਟਮ ਦੀ ਉਦਾਹਰਣ ਹਨ। ਪੰਜਵਾਂ ਸਾਡੇ ਕੋਲ ਪੁਆਇੰਟ ਹੈ ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਅਸੀਂ ਕਿਸ ਤੇ ਡਬਲ ਕਲਿੱਕ ਕਰ ਸਕਦੇ ਹਾਂ। ਸਾਡੇ ਕੋਲ ਇਸਦੇ ਆਪਸ਼ਨ ਹੈ ਸੰਬੰਧਿਤ ਫਾਈਲ ਜਾਂ ਫਾਈਲ ਦਾ ਸ਼ਾਰਟਕਟ ਜਾਂ ਦੋਵੇਂ ਊੜਾ ਅਤੇ ਐੜਾ ਆਪਸ਼ਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਅਸੀਂ ਦੋਵੇਂ ਊੜੇ ਅਤੇ ਐੜੇ 'ਤੇ ਕਲਿੱਕ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਕਿਸੇ 3 ਵਿੰਡੋ ਐਪਲੀਕੇਸ਼ਨ ਦਾ ਨਾਮ ਲਿਖੋ। ਸਾਡੇ ਕੋਲ ਜਿਹੜੀ 3 ਵਿੰਡੋ ਐਪਲੀਕੇਸ਼ਨ ਨੇ ਜਿਸ ਵਿੱਚ ਸਾਡੇ ਕੋਲ ਪਹਿਲੀ ਹੈ ਨੋਟਪੈਡ, ਦੂਸਰਾ ਵਰਡਪੈਡ, ਤੀਸਰਾ ਪੇਂਟ, ਚੌਥਾ ਕੈਲਕੂਲੇਟਰ। ਅਗਲਾ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਕਿਸੇ 3 ਆਈਕਨ ਦੇ ਨਾਮ ਲਿਖੋ। 3 ਆਈਕਨ ਦੇ ਵਿੱਚ ਸਾਡੇ ਕੋਲ ਪਹਿਲਾ ਨਾਮ ਹੈ ਮਾਈ ਕੰਪਿਊਟਰ, ਦੂਸਰਾ ਨੈਟਵਰਕ, ਤੀਸਰਾ ਰੀਸਾਈਕਲ ਬਿਨ, ਚੌਥਾ ਯੂਜ਼ਰ ਫਾਈਲਸ। ਤੀਸਰਾ ਸਾਡੇ ਕੋਲ ਪ੍ਰਸ਼ਨ ਹੈ ਡੈਸਕਟਾਪ ਦੇ ਭਾਗਾਂ ਦੇ ਨਾਮ ਲਿਖੋ। ਸੋ ਡੈਸਕਟਾਪ ਦੇ ਭਾਗਾਂ ਦੇ ਨਾਮ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਭਾਗ ਆਈਕਨ, ਦੂਸਰਾ ਸ਼ਾਰਟਕਟ, ਤੀਸਰਾ ਵਾਲਪੇਪਰ ਅਤੇ ਚੌਥਾ ਟਾਸਕ ਬਾਰ। ਉਸ ਤੋਂ ਬਾਅਦ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਡੈਸਕਟਾਪ ਕੀ ਹੁੰਦਾ ਹੈ। ਸੋ ਲੌਗਇਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਨਜ਼ਰ ਆਉਣ ਵਾਲੀ ਮੁੱਢਲੀ ਸਕਰੀਨ ਨੂੰ ਡੈਸਕਟਾਪ ਕਿਹਾ ਜਾਂਦਾ ਹੈ। ਇਸ ਨੂੰ ਕੰਪਿਊਟਰ ਦਾ ਮੁੱਢਲਾ ਕੰਟਰੋਲਰ ਵੀ ਕਹਿ ਸਕਦੇ ਹਾਂ। ਡੈਸਕਟਾਪ ਦੀ ਸਕਰੀਨ ਦੀ ਮਦਦ ਨਾਲ ਕੋਈ ਵੀ ਐਪਲੀਕੇਸ਼ਨ ਜਾਂ ਪ੍ਰੋਗਰਾਮ ਚਲਾਇਆ ਜਾ ਸਕਦਾ ਹੈ ਜਾਂ ਕੋਈ ਹੋਰ ਲੋੜ ਅਨੁਸਾਰ ਕੰਮ ਕੀਤੇ ਜਾ ਸਕਦੇ ਹਨ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ। ਇਸ ਵਿੱਚ ਪਹਿਲਾ ਪ੍ਰਸ਼ਨ ਹੈ ਆਪਰੇਟਿੰਗ ਸਿਸਟਮ ਕੀ ਹੈ। ਵੱਖ-ਵੱਖ ਆਪਰੇਟਿੰਗ ਸਿਸਟਮ ਦੀ ਉਦਾਹਰਨ ਸਹਿਤ ਵਿਆਖਿਆ ਕਰੋ। ਸੋ ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਪ੍ਰਦਾਨ ਕਰਦਾ ਹੈ ਅਤੇ ਕੰਪਿਊਟਰ ਦੇ ਸਾਰੇ ਅੰਦਰੂਨੀ ਕਾਰਜਾਂ ਨੂੰ ਨਿਯੰਤਰਿਤ ਕਰਕੇ ਕੰਪਿਊਟਰ ਹਾਰਡਵੇਅਰ ਨੂੰ ਵਰਤੋਂਯੋਗ ਬਣਾਉਂਦਾ ਹੈ। ਸਾਰੇ ਉਪਕਰਨ ਜਿਵੇਂ ਕਿ ਮੋਬਾਈਲ ਫੋਨ, ਟੈਬਲੇਟ, ਆਈਪੈਡ ਵਿੱਚ ਵੀ ਆਪਰੇਟਿੰਗ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਦੇ ਰਾਹੀਂ ਲੋੜੀਂਦੇ ਕੰਮ ਕੀਤੇ ਜਾਂਦੇ ਹਨ। ਸੋ ਆਪਰੇਟਿੰਗ ਸਿਸਟਮ ਦੀਆਂ ਮੁੱਖ ਉਦਾਹਰਨਾਂ ਸਾਡੇ ਕੋਲ ਹੈ ਵਿੰਡੋ, ਮੈਕਨਟੋਸ਼, ਲਾਈਨੈਕਸ, ਡੌਸ, ਐਂਡਰੋਇਡ, ਸਿੰਬੀਅਨ ਆਦਿ। ਸਭ ਤੋਂ ਪਹਿਲਾਂ ਅਸੀਂ ਵਿੰਡੋ ਬਾਰੇ ਜਾਣ ਲੈਣੇ। ਸੋ ਵਿੰਡੋ ਆਪਰੇਟਿੰਗ ਸਿਸਟਮ ਨੂੰ ਮਾਈਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਇੱਕ ਗ੍ਰਾਫਿਕਲ ਯੂਜ਼ਰ ਇੰਟਰਫੇਸ ਮੁਹੱਈਆ ਕਰਾਉਂਦਾ ਹੈ। ਇਸ ਇੰਟਰਫੇਸ ਨੂੰ ਮਾਊਸ ਦੀ ਵਰਤੋਂ ਨਾਲ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਜਦੋਂ ਵੀ ਅਸੀਂ ਵਿੰਡੋ ਆਪਰੇਟਿੰਗ ਸਿਸਟਮ ਵਿੱਚ ਕਿਸੇ ਵੀ ਫਾਈਲ ਜਾਂ ਪ੍ਰੋਗਰਾਮ 'ਤੇ ਕਲਿੱਕ ਕਰਦੇ ਹਾਂ ਤਾਂ ਇਹ ਪ੍ਰੋਗਰਾਮ ਇੱਕ ਵੱਖਰੇ ਫਰੇਮ ਵਿੱਚ ਖੁੱਲ੍ਹਦਾ ਹੈ ਜੋ ਕਿ ਖਿੜਕੀ ਵਾਂਗ ਨਜ਼ਰ ਆਉਂਦਾ ਹੈ। ਇਸ ਕਰਕੇ ਹੀ ਇਸ ਨੂੰ ਵਿੰਡੋ ਦਾ ਨਾਮ ਦਿੱਤਾ ਗਿਆ ਹੈ। ਸੋ ਵਿੰਡੋ ਆਪਰੇਟਿੰਗ ਸਿਸਟਮ ਦੀਆਂ ਵੱਖ-ਵੱਖ ਕਿਸਮਾਂ ਨੇ ਜਿਵੇਂ ਵਿੰਡੋ XP, ਵਿੰਡੋ 95, ਵਿੰਡੋ 98, ਵਿੰਡੋ NT, ਵਿੰਡੋ 7, ਵਿੰਡੋ 10, ਵਿੰਡੋ 8 ਆਦਿ ਹਨ। ਇਸ ਦੀ ਦੂਸਰੀ ਕਿਸਮ ਹੈ ਸਾਡੇ ਕੋਲ ਡੌਸ। ਸੋ ਡੌਸ ਦਾ ਪੂਰਾ ਨਾਮ ਡਿਸਕ ਆਪਰੇਟਿੰਗ ਸਿਸਟਮ ਹੈ। ਡੌਸ ਨੂੰ ਵੀ ਮਾਈਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਡੌਸ ਆਪਰੇਟਿੰਗ ਸਿਸਟਮ ਕੰਪਿਊਟਰ 'ਤੇ ਕੰਮ ਕਰਨ ਲਈ ਕਰੈਕਟਰ ਯੂਜ਼ਰ ਇੰਟਰਫੇਸ ਮੁਹੱਈਆ ਕਰਾਉਂਦਾ ਹੈ। ਇਹ ਪੁਰਾਣਾ ਆਪਰੇਟਿੰਗ ਸਿਸਟਮ ਹੈ ਅਤੇ ਇਸ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਸੀ ਜਦੋਂ ਕੰਪਿਊਟਰ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਹੁੰਦੇ ਸਨ। ਇਹ ਆਪਰੇਟਿੰਗ ਸਿਸਟਮ ਘੱਟ ਮੈਮਰੀ ਅਤੇ ਧੀਮੀ ਰਫ਼ਤਾਰ ਵਾਲੇ ਹਾਰਡਵੇਅਰ ਉੱਪਰ ਵੀ ਚੱਲਣਯੋਗ ਹੁੰਦੇ ਹਨ ਅਤੇ ਇਹਨਾਂ ਨੂੰ ਵਰਤਣਾ ਬਹੁਤ ਔਖਾ ਹੁੰਦਾ ਹੈ। ਸੋ ਐਂਡਰੋਇਡ, ਅਗਲਾ ਸਾਡੇ ਕੋਲ ਹੈ ਐਂਡਰੋਇਡ। ਐਂਡਰੋਇਡ ਆਪਰੇਟਿੰਗ ਸਿਸਟਮ ਇੱਕ ਮੋਬਾਈਲ ਆਧਾਰਿਤ ਆਪਰੇਟਿੰਗ ਸਿਸਟਮ ਹੈ ਜਿਸ ਨੂੰ ਗੂਗਲ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਐਂਡਰੋਇਡ ਆਪਰੇਟਿੰਗ ਸਿਸਟਮ ਨੂੰ ਜ਼ਿਆਦਾਤਰ ਟੱਚ ਸਕਰੀਨ ਵਾਲੇ ਉਪਕਰਨ ਜਿਵੇਂ ਕਿ ਮੋਬਾਈਲ ਫੋਨ ਅਤੇ ਟੈਬਲੇਟ ਵਿੱਚ ਵਰਤਿਆ ਜਾਂਦਾ ਹੈ। ਐਂਡਰੋਇਡ ਆਪਰੇਟਿੰਗ ਸਿਸਟਮ ਸਾਨੂੰ ਉਂਗਲ ਨਾਲ ਚੱਲਣ ਵਾਲਾ ਇੰਟਰਫੇਸ ਮੁਹੱਈਆ ਕਰਵਾਉਂਦੇ ਹਨ ਜਿਸ ਦੇ ਵਿੱਚ ਮੁੱਖ ਕੰਮ ਸਕਰੀਨ ਦੇ ਵਿਊ ਦਾ ਆਕਾਰ ਛੋਟਾ ਵੱਡਾ ਕਰਨਾ, ਖਿਸਕਾਉਣਾ ਅਤੇ ਕਲਿੱਕ ਕਰਨਾ ਸ਼ਾਮਲ ਹਨ। ਐਂਡਰੋਇਡ ਆਪਰੇਟਿੰਗ ਸਿਸਟਮ ਦੀ ਵਰਤੋਂ ਅੱਜਕੱਲ੍ਹ ਟੈਲੀਵਿਜ਼ਨ, ਕਾਰਾਂ ਅਤੇ ਗੁੱਟ 'ਤੇ ਬੰਨੀ ਜਾਣ ਵਾਲੀਆਂ ਘੜੀਆਂ ਵਿੱਚ ਹੁੰਦੀ ਹੈ।
ਅੱਗੇ ਸਾਡੇ ਕੋਲ ਦੂਸਰਾ ਆਪਰੇਸ਼ਨ ਹੈ ਟਾਸਕ ਬਾਰ ਕੀ ਹੈ ਅਤੇ ਇਸ ਦੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿਓ। ਟਾਸਕ ਬਾਰ ਆਪਰੇਟਿੰਗ ਸਿਸਟਮ ਦਾ ਹਿੱਸਾ ਹੁੰਦੀ ਹੈ ਅਤੇ ਕੰਪਿਊਟਰ ਦੀ ਸਕਰੀਨ ਦੇ ਹੇਠਲੇ ਪਾਸੇ ਹੁੰਦੀ ਹੈ। ਟਾਸਕ ਬਾਰ ਸਾਨੂੰ ਸਟਾਰਟ ਬਟਨ ਦੀ ਵਰਤੋਂ ਨਾਲ ਕੋਈ ਵੀ ਪ੍ਰੋਗਰਾਮ ਚਲਾਉਣ ਵਿੱਚ ਸਾਡੀ ਮਦਦ ਕਰਦੀ ਹੈ ਅਤੇ ਕਿਸੇ ਵੀ ਪ੍ਰੋਗਰਾਮ ਦੀ ਵਰਤੋਂ ਸਮੇਂ ਇਹ ਬਾਰ ਹਮੇਸ਼ਾ ਨਜ਼ਰ ਆਉਂਦੀ ਹੀ ਰਹਿੰਦੀ ਹੈ। ਟਾਸਕ ਬਾਰ ਦੇ ਸੱਜੇ ਪਾਸੇ ਵਾਲੀ ਖਾਲੀ ਥਾਂ ਨੂੰ ਨੋਟੀਫਿਕੇਸ਼ਨ ਏਰੀਆ ਕਹਿੰਦੇ ਨੇ ਅਤੇ ਇਸ ਦੀ ਵਰਤੋਂ ਸਮਾਂ ਅਤੇ ਮਿਤੀ ਅਤੇ ਪਿਛਲੀਆਂ ਸਕਰੀਨਾਂ ਤੇ ਚੱਲ ਰਹੇ ਪ੍ਰੋਗਰਾਮ ਆਦਿ ਦੇਖਣ ਲਈ ਕਰਦੇ ਹਾਂ। ਹੁਣ ਅੱਗੇ ਅਸੀਂ ਟਾਸਕ ਬਾਰ ਦੇ ਵੱਖ-ਵੱਖ ਕੰਮਾਂ ਬਾਰੇ ਜਾਣ ਲੈਣੇ, ਜਿਸ ਵਿੱਚ ਸਾਡੇ ਕੋਲ ਪਹਿਲਾ ਆ ਸਟਾਰਟ ਬਟਨ। ਸਟਾਰਟ ਬਟਨ ਦੀ ਵਰਤੋਂ ਨਾਲ ਅਸੀਂ ਕੋਈ ਵੀ ਐਪਲੀਕੇਸ਼ਨ ਜਾਂ ਪ੍ਰੋਗਰਾਮ ਸਟਾਰਟ ਕਰ ਸਕਦੇ ਹਾਂ। ਇਹ ਟਾਸਕ ਬਾਰ ਦੇ ਖੱਬੇ ਪਾਸੇ ਸਭ ਤੋਂ ਪਹਿਲਾ ਬਟਨ ਹੁੰਦਾ ਹੈ। ਦੂਸਰਾ ਪੁਆਇੰਟ ਹੈ ਕੁਇਕ ਲਾਂਚ ਬਾਰ। ਇਹ ਭਾਗ ਸਾਨੂੰ ਕੋਈ ਵੀ ਪ੍ਰੋਗਰਾਮ ਨੂੰ ਸਟਾਰਟ ਬਟਨ ਬਿਨਾਂ ਖੋਲ੍ਹੇ ਹੀ ਚਲਾਉਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਤੀਸਰਾ ਹੈ ਸਿਸਟਮ ਟਰੇ। ਇਹ ਟਾਸਕ ਬਾਰ ਦੇ ਸੱਜੇ ਪਾਸੇ ਮੌਜੂਦ ਹੁੰਦੀ ਹੈ ਅਤੇ ਇਸ ਵਿੱਚ ਇੱਕ ਛੋਟਾ ਆਈਕਨ ਲੱਗਿਆ ਹੁੰਦਾ ਹੈ ਜੋ ਕਿ ਸਾਨੂੰ ਆਸਾਨੀ ਨਾਲ ਸਿਸਟਮ ਦੇ ਕੰਮ ਜਿਵੇਂ ਫੈਕਸ, ਪ੍ਰਿੰਟਰ, ਮੋਡਮ, ਆਵਾਜ਼ ਆਦਿ ਤੱਕ ਪਹੁੰਚ ਕਰਨ ਵਿੱਚ ਮਦਦ ਕਰਦਾ ਹੈ। ਚੌਥਾ ਹੈ ਨੋਟੀਫਿਕੇਸ਼ਨ ਏਰੀਆ। ਇਹ ਭਾਗ ਸਾਨੂੰ ਕੰਪਿਊਟਰ ਤੇ ਵੱਖ-ਵੱਖ ਉਪਕਰਨਾਂ ਦੀ ਸਥਿਤੀ ਬਾਰੇ ਸੁਨੇਹੇ ਦਿੰਦਾ ਹੈ। ਪੰਜਵਾਂ ਹੈ ਕਲੌਕ। ਟਾਸਕ ਬਾਰ ਦੇ ਸੱਜੇ ਪਾਸੇ ਕਲੌਕ ਨਜ਼ਰ ਆਉਂਦੀ ਹੈ ਜਿੱਥੇ ਅਸੀਂ ਮੌਜੂਦਾ ਸਮਾਂ ਅਤੇ ਮਿਤੀ ਦੇਖ ਸਕਦੇ ਹਾਂ ਅਤੇ ਉਸ ਨੂੰ ਬਦਲ ਵੀ ਸਕਦੇ ਹਾਂ। ਲਾਸਟ ਸਾਡੇ ਕੋਲ ਐਕਟਿਵ ਪ੍ਰੋਗਰਾਮ। ਟਾਸਕ ਬਾਰ ਦੇ ਇਸ ਹਿੱਸੇ ਵਿੱਚ ਸਾਰੇ ਹੀ ਚੱਲ ਰਹੇ ਪ੍ਰੋਗਰਾਮ ਨਜ਼ਰ ਆਉਂਦੇ ਹਨ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਆਈਕਨ ਤੋਂ ਤੁਹਾਡਾ ਕੀ ਭਾਵ ਹੈ? ਕਿਸੇ 3 ਡੈਸਕਟਾਪ ਆਈਕਨਾਂ ਦੀ ਵਿਆਖਿਆ ਕਰੋ। ਸੋ ਡੈਸਕਟਾਪ ਦੀ ਸਕਰੀਨ ਤੇ ਨਜ਼ਰ ਆਉਣ ਵਾਲੀਆਂ ਛੋਟੀਆਂ ਤਸਵੀਰਾਂ ਨੂੰ ਆਈਕਨ ਕਿਹਾ ਜਾਂਦਾ ਹੈ। ਹਰੇਕ ਆਈਕਨ ਬਟਨ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ ਜਿਸ ਨੂੰ ਮਾਊਸ ਦੀ ਵਰਤੋਂ ਨਾਲ 2 ਵਾਰ ਜਾਂ ਡਬਲ ਕਲਿੱਕ ਕਰਕੇ ਕਿਸੇ ਵੀ ਫੋਲਡਰ, ਫਾਈਲ ਜਾਂ ਪ੍ਰੋਗਰਾਮ ਤੱਕ ਪਹੁੰਚ ਕਰਨ ਲਈ ਵਰਤਿਆ ਜਾਂਦਾ ਹੈ। ਅਗਲਾ ਸਾਡੇ ਕੋਲ ਆਈਕਨ ਦੀ ਪਹਿਲੀ ਸਾਡੇ ਕੋਲ ਆਪਸ਼ਨ ਹੈ ਮਾਈ ਕੰਪਿਊਟਰ। ਇਹ ਆਈਕਨ ਕੰਪਿਊਟਰ ਸਿਸਟਮ ਵਿੱਚ ਲੱਗੇ ਸਾਰੇ ਉਪਕਰਨ ਜਿਵੇਂ ਹਾਰਡ ਡਿਸਕ, ਡਰਾਈਵ ਵਰਗੇ ਯੋਗ ਉਪਕਰਨ ਅਤੇ ਹੋਰ ਸਾਧਨਾਂ ਤੱਕ ਪਹੁੰਚ ਕਰਨ ਲਈ ਵਰਤਿਆ ਜਾਂਦਾ ਹੈ। ਦੂਸਰਾ ਸਾਡੇ ਕੋਲ ਨੈਟਵਰਕ। ਸੋ ਇਸ ਆਪਸ਼ਨ ਦੀ ਵਰਤੋਂ ਨੈਟਵਰਕ ਦੀ ਕੋਈ ਵੀ ਜਗ੍ਹਾ ਤੱਕ ਪਹੁੰਚ ਕਰਨ ਲਈ ਕੀਤੀ ਜਾਂਦੀ ਹੈ। ਇਸ ਬਟਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਲੋਕਲ ਏਰੀਆ ਨੈਟਵਰਕ ਬਣਾਇਆ ਹੋਵੇ ਅਤੇ ਸਾਡਾ ਕੰਪਿਊਟਰ ਉਸ ਨਾਲ ਜੁੜਿਆ ਹੋਵੇ। ਤੀਸਰਾ ਸਾਡੇ ਕੋਲ ਰੀਸਾਈਕਲ ਬਿਨ। ਇਸ ਆਈਕਨ ਦੀ ਵਰਤੋਂ ਸਾਰੀਆਂ ਡਿਲੀਟ ਕੀਤੀਆਂ ਹੋਈਆਂ ਫਾਈਲਾਂ, ਫੋਲਡਰ, ਆਈਕਨ ਆਦਿ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਰੀਸਾਈਕਲ ਬਿਨ ਘਰਾਂ ਵਿੱਚ ਰੱਖੇ ਹੋਏ ਡਸਟਬਿਨ ਵਾਂਗ ਹੁੰਦੇ ਹਨ ਜਿਨ੍ਹਾਂ ਵਿੱਚ ਕੂੜਾ ਆਦਿ ਰੱਖਿਆ ਜਾਂਦਾ ਹੈ। ਅੱਗੇ ਸਾਡੇ ਕੋਲ ਚੌਥਾ ਆਪਰੇਸ਼ਨ ਹੈ ਕੰਪਿਊਟਰ ਸਿਸਟਮ ਬੰਦ ਕਰਨ ਦੀਆਂ ਵੱਖ-ਵੱਖ ਆਪਸ਼ਨਾਂ ਦੀ ਵਿਆਖਿਆ ਕਰੋ। ਸੋ ਕੰਪਿਊਟਰ ਸਿਸਟਮ ਨੂੰ ਬੰਦ ਕਰਨ ਦੀ ਪਹਿਲੀ ਆਪਸ਼ਨ ਸਾਡੇ ਕੋਲ ਹੈ ਸਲੀਪ ਮੋਡ। ਇਸ ਆਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਅਸੀਂ ਕੰਪਿਊਟਰ ਨੂੰ ਕੁਝ ਸਮੇਂ ਲਈ ਵਰਤੋਂ ਵਿੱਚ ਨਹੀਂ ਲਿਆਉਣਾ ਚਾਹੁੰਦੇ ਹਾਂ। ਇਸ ਸਥਿਤੀ ਵਿੱਚ ਮੋਨੀਟਰ ਜਾਂ LCD ਬੰਦ ਹੋ ਜਾਂਦੇ ਹਨ ਅਤੇ ਕੰਪਿਊਟਰ ਦਾ ਅੰਦਰੂਨੀ ਡਾਟਾ ਸੇਵ ਹੋ ਜਾਂਦਾ ਹੈ। ਦੂਸਰਾ ਆਪਸ਼ਨ ਹੈ ਸ਼ਟ ਡਾਊਨ। ਇਸ ਆਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਸਾਡਾ ਸਾਰਾ ਕੰਮ ਖਤਮ ਹੋ ਜਾਂਦਾ ਹੈ ਅਤੇ ਅਸੀਂ ਕੰਪਿਊਟਰ ਨੂੰ ਬੰਦ ਕਰਨਾ ਚਾਹੁੰਦੇ ਹਾਂ। ਤੀਸਰਾ ਪੁਆਇੰਟ ਹੈ ਲੌਗ ਆਫ। ਸੋ ਹਰੇਕ ਕੰਪਿਊਟਰ ਵਿੱਚ ਇੱਕ ਤੋਂ ਜ਼ਿਆਦਾ ਜਾਂ ਇੱਕ ਤੋਂ ਵੱਧ ਯੂਜ਼ਰ ਅਕਾਊਂਟ ਹੁੰਦੇ ਹਨ ਅਤੇ ਇੱਕ ਯੂਜ਼ਰ ਅਕਾਊਂਟ ਤੋਂ ਦੂਜੇ ਯੂਜ਼ਰ ਅਕਾਊਂਟ ਵਿੱਚ ਦਾਖਲ ਹੋਣ ਲਈ ਅਸੀਂ ਲੌਗ ਆਫ ਆਪਸ਼ਨ ਦੀ ਵਰਤੋਂ ਕਰਦੇ ਹਾਂ। ਚੌਥਾ ਪੁਆਇੰਟ ਹੈ ਰੀਸਟਾਰਟ। ਸੋ ਇਸ ਆਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਕੰਪਿਊਟਰ ਵਿੱਚ ਕੋਈ ਨਵਾਂ ਪ੍ਰੋਗਰਾਮ ਇੰਸਟਾਲ ਜਾਂ ਲੋਡ ਕੀਤਾ ਜਾਂਦਾ ਹੈ ਜਾਂ ਸਿਸਟਮ ਵਿੱਚ ਕੋਈ ਵੀ ਤਬਦੀਲੀ ਕੀਤੀ ਜਾਂਦੀ ਹੈ। ਸੋ ਬੱਚਿਓ, ਹੁਣ ਅਸੀਂ ਪਾਠ ਨੰਬਰ 4 MS ਪੇਂਟ ਨਾਲ ਜਾਣ ਪਛਾਣ ਪਾਠ ਦਾ ਅਭਿਆਸ ਕਰਾਂਗੇ। ਤੇ ਇਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਂ ਭਰੋ। ਸਾਡੇ ਕੋਲ ਪਹਿਲੀ ਖਾਲੀ ਥਾਂ ਹੈ ਪੇਂਟ ਵਿੰਡੋ ਦੇ ਸਭ ਤੋਂ ਉੱਪਰਲੇ ਪਾਸੇ ਡੈਸ਼ ਬਾਰ ਮੌਜੂਦ ਹੁੰਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਟਾਈਟਲ ਬਾਰ, ਸਟੇਟਸ ਬਾਰ, ਸਕਰੋਲ ਬਾਰ ਜਾਂ ਉਪਰੋਕਤ ਸਾਰੇ। ਸਾਡੇ ਕੋਲ ਸਹੀ ਉੱਤਰ ਹੈ ਪੇਂਟ ਵਿੰਡੋ ਦੇ ਸਭ ਤੋਂ ਉੱਪਰਲੇ ਪਾਸੇ ਟਾਈਟਲ ਬਾਰ ਮੌਜੂਦ ਹੁੰਦੀ ਹੈ। ਦੂਸਰੀ ਖਾਲੀ ਥਾਂ ਹੈ ਡੈਸ਼ ਟੂਲ ਬਾਰ। ਟਾਈਟਲ ਬਾਰ ਵਿੱਚ ਮੌਜੂਦ ਹੁੰਦਾ ਹੈ। ਇਸ ਦੀ ਜਗ੍ਹਾ ਨੂੰ ਰਿਬਨ ਦੇ ਹੇਠਲੇ ਜਾਂ ਉੱਪਰਲੇ ਪਾਸੇ ਬਦਲਿਆ ਜਾ ਸਕਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਕੁਇਕ ਐਕਸੈਸ ਬਾਰ, ਦੂਸਰਾ ਸਟੇਟਸ ਬਾਰ, ਤੀਸਰਾ ਸਕਰੋਲ ਬਾਰ, ਚੌਥਾ ਟਾਸਕ ਬਾਰ। ਤਾਂ ਸਾਡੇ ਕੋਲ ਸਹੀ ਉੱਤਰ ਹੈ ਕੁਇਕ ਐਕਸੈਸ ਟੂਲ ਬਾਰ ਟਾਈਟਲ ਬਾਰ ਵਿੱਚ ਮੌਜੂਦ ਹੁੰਦੀ ਹੈ। ਇਸ ਦੀ ਜਗ੍ਹਾ ਨੂੰ ਰਿਬਨ ਦੇ ਹੇਠਲੇ ਜਾਂ ਉੱਪਰਲੇ ਪਾਸੇ ਬਦਲਿਆ ਜਾ ਸਕਦਾ ਹੈ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ ਮੈਨੂ ਬਾਰ ਦੇ ਖੱਬੇ ਪਾਸੇ ਸਭ ਤੋਂ ਪਹਿਲਾਂ ਡੈਸ਼ ਬਟਨ ਹੁੰਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਪੇਂਟ, ਹੈਲਪ, ਕਲੋਜ਼ ਜਾਂ ਮਿਨੀਮਾਈਜ਼। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਮੈਨੂ ਬਾਰ ਦੇ ਖੱਬੇ ਪਾਸੇ ਸਭ ਤੋਂ ਪਹਿਲਾਂ ਪੇਂਟ ਬਟਨ ਹੁੰਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਸਕਰੋਲ ਬਾਰ ਸਕਰੀਨ ਨੂੰ ਘੁਮਾਉਣ ਲਈ ਵਰਤੀ ਜਾਂਦੀ ਹੈ। ਇਹ ਡੈਸ਼ ਤਰ੍ਹਾਂ ਦੀਆਂ ਹੁੰਦੀਆਂ ਹਨ।
तो साडे कोल इसके ऑप्शन ने 2 3 4 या 5। साडे कोल सही उत्तर है स्क्रोल बार स्क्रीन घुमाउण लई वरती जांदी है, ये 2 तरह दीयां हुंदियां हन। सो पंजवीं साडे कोल खाली थां है डैश ऑप्शन की मदद नाल ਅਸੀਂ तस्वीर की एक होर कॉपी किसी दूसरी फाइल के नाल सेव कर सकते हैं। साढ़े को ऑप्शन है सेव एज, ओपन, न्यू या एग्जिट। तो साढ़े को सही उत्तर है सेव एज ऑप्शन की मदद नाल ਅਸੀਂ तस्वीर की एक होर कॉपी किसी दूसरी फाइल के नाल सेव कर सकते हैं। अगे साढ़े को हेठ लिखे कमां लई शॉर्टकट की लिखो। पहला साढ़े को नवी फाइल बनाने लई असीं Ctrl+N की वरतों करते हैं। दूसरा है पहला तो बनी फाइल नूं खोलण लई Ctrl+O की वरतों करते हैं। तीसरा है फाइल नूं सेव करने लई Ctrl+S की वरतों करते हैं। चौथी साढ़े को शॉर्टकट की है फाइल प्रिंट करने लई Ctrl+P की वरतों की जाती है। पंजवीं साढ़े को अंडू लई Ctrl+Z और रीडो लई Ctrl+Y शॉर्टकट की की वरतों की जाती है। अगे हम असीं छोटे उत्तर वाले प्रश्न करांगे जिसमें साढ़े को पहला प्रश्न है पेंट की है। सो MS पेंट एक ड्राइंग टूल है जिसकी वरतों तस्वीर बनाने या ड्राइंग करने लई की जाती है। पेंट विच बनाई जाने वाली फाइल नूं बिटमैप फाइल भी कहते हैं। पेंट विच सेव की गई फाइल या एक्सटेंशन .bmp होंदी है। सो BMP का पूरा नाम होता है बिटमैप पिक्चर। अगे साढ़े को दूसरा प्रश्न है MS पेंट नूं शुरू किवें कीता जांदा है। सो MS पेंट नूं शुरू करने के स्टैप साढ़े को सब तो पहला स्टार्ट बटन पर क्लिक करो, उस तो बाद आल प्रोग्राम पर क्लिक करो, तीसरा एक्सैसरी ऑप्शन पर क्लिक करो, लास्ट साढ़े को पेंट ऑप्शन पर क्लिक करो। अगर तीसरा प्रश्न साढ़े को पेंट विंडो के भागों का नाम लिखो। सो पेंट विंडो के कई भाग होंगे हैं जिसमें साढ़े को पहला है टाइटल बार, दूसरा क्विक एक्सेस टूल बार, तीसरा टैब्स और रिबन, चौथा स्क्रॉल बार, पंजवां वर्क एरिया या ड्राइंग एरिया, छेवां स्टेटस बार, सतवां जूम स्लाइडर। अगे साढ़े को चौथा प्रश्न है वर्क एरिया की होंदा है। सो वर्क एरिया नूं ड्राइंग एरिया भी कहा जाता है। ये पेंट विचकार खाली जगह होंदी है जिसकी वरतों तस्वीरें बनाने लई कीती जाती है। दूजे शब्दों में वर्क एरिया वो थां होंदी है जिथे सुंदर और आकर्षक ड्राइंग की जा सकती है। अगे पंजवां प्रश्न है सेव कमांड की वरतों बारे दसो। तो सेव कमांड की वरतों करके असीं MS पेंट विच बनाई तस्वीर या पेंटिंग नूं सेव करके रख सकते हैं। MS पेंट विच बनाई गई तस्वीर नूं सेव करने लई फाइल मेनू विचों सेव ऑप्शन की वरतों या Ctrl+S शॉर्टकट की की वरतों करके असीं अपनी फाइल नूं सेव कर सकते हैं। अगे साढ़े को छेवां प्रश्न है स्क्रॉल बार दी कितनी किस्मां होंदियां हन। तो स्क्रॉल बार की वरतों स्क्रीन नूं उपर तो हेठां स्क्रॉल लई जां लैके जाण लई कीती जांदी है। ये दो तरह की होंदी है, पहली है हॉरिजॉन्टल स्क्रॉल बार तो दूसरी है वर्टिकल स्क्रॉल बार। सो हॉरिजॉन्टल स्क्रॉल बार की वरतों करते हुए असीं अपनी स्क्रीन उपर हेठां लैके आ सकते हैं तो वर्टिकल स्क्रॉल बार के वरतों के नाल असीं अपनी स्क्रीन नूं खब्बे सज्जे लैके जा सकते हैं। अगे साढ़े को सतवां पहला प्रश्न अगे वड्डे उत्तर वाले प्रश्न जिस पहला प्रश्न है क्विक एक्सेस टूल बार की होंदी है, इसके भागों बारे विस्तार नाल दसो। सो क्विक एक्सेस टूल बार एक अजिही टूल बार है जो सानूं कुछ आम वरतियां जाण वालियां कमांड नूं तेजी नाल वरतण विच सहायक होंदी है। ये टूल बार पहला तो ही टाइटल बार विच मौजूद होंदी है। असीं इस टूल बार विच अपनी जरूरत अनुसार कमांड नूं शामिल कर सकते हैं या हटा भी सकते हैं। क्विक एक्सेस टूल बार नूं रिबन के हेठां या उपर भी लगाया जा सकता है। अगे दूसरा प्रश्न है होम टैब रिबन नूं बयान करो। सो होम टैब रिबन पेंट का एक मुख्य रिबन है। यह रिबन टाइटल बार के हेठले पासे मौजूद होता है। पेंट में ज़्यादातर वरतियां जाने वाली कमांड इस रिबन में ही मौजूद होंदियां हन। सारे टूल, शेप, कलर, पैलेट और बहुत सारी कमांड इस रिबन में मौजूद होंदियां हन। पेंट में हर तरह का काम करने लई सानूं होम टैब की जरूरत पैंदी है। इस तो इलावा होम टैब नूं मिनीमाइज करने की ऑप्शन भी मौजूद होंदी है। जेकर असीं इस ऑप्शन की चोण करते हैं तो होम टैब रिबन स्क्रीन पर नज़र आना बंद हो जाता है। होम टैब ते दोबारा क्लिक करन ते ये सानूं दिखाई देण लग पैंदा है। सो बच्चे हुण असीं MS पेंट भाग 2 पाठ की दोहराई करांगे। तो जिसमें साडे कोल सब तो पहले खाली थां भरो। पहली खाली थां है क्लिप बोर्ड मेनू दीयां 3 ऑप्शन होंदियां हन कट, कॉपी ते डैश। ਅਤੇ ਸਾਡੇ ਕੋਲ जो ऑप्शन है पेस्ट, मूव, क्लोज तो लास्ट में है जूम। तो साडे कोल इसका सही उत्तर है क्लिप बोर्ड मेनू दीयां 3 ऑप्शन होंदियां हन कट, कॉपी ਅਤੇ पेस्ट। दूसरी साडे कोल खाली थां है टॉप बटन जिस दे आइकन विच डायमंड शेप विच लाइन होंदी है डैश टूल होंदा है। साडे कोल जो ऑप्शन है पेस्ट, कट, कॉपी ते क्रॉप।
ਸਾਡੇ ਕੋਲ ਇਹਦਾ ਸਹੀ ਉੱਤਰ ਹੈ ਟੌਪ ਬਟਨ ਜਿਸ ਦੇ ਆਈਕਨ ਵਿੱਚ ਡਾਇਮੰਡ ਸ਼ੇਪ ਵਿੱਚ ਲਾਈਨ ਹੁੰਦੀ ਹੈ ਉਸ ਨੂੰ ਕ੍ਰੌਪ ਟੂਲ ਕਹਿੰਦੇ ਹਨ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਟੂਲ ਦੀ ਵਰਤੋਂ ਪੈਂਟਾਗਨ ਡਰਾ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਟ੍ਰਾਇੰਗਲ, ਰੈਕਟੈਂਗਲ, ਪੈਂਟਾਗਨ ਜਾਂ ਹੈਕਸਾਗਨ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਪੈਂਟਾਗਨ ਟੂਲ ਦੀ ਵਰਤੋਂ ਪੈਂਟਾਗਨ ਡਰਾ ਕਰਨ ਲਈ ਕੀਤੀ ਜਾਂਦੀ ਹੈ। ਚੌਥੀ ਸਾਡੇ ਕੋਲ ਖਾਲੀ ਥਾਂ ਹੈ ਇਰੇਜ਼ਰ ਟੂਲ ਦੀ ਮਦਦ ਨਾਲ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਮਾਊਸ ਦਾ ਡੈਸ਼ ਬਟਨ ਦੱਬਿਆ ਜਾਂਦਾ ਹੈ। ਤੇ ਸਾਡੇ ਕੋਲ ਇਹਦੇ ਆਪਸ਼ਨ ਹੈ ਖੱਬਾ, ਸੱਜਾ, ਸਕਰੋਲ ਜਾਂ ਕੋਈ ਨਹੀਂ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਇਰੇਜ਼ਰ ਟੂਲ ਦੀ ਮਦਦ ਨਾਲ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਮਾਊਸ ਦਾ ਖੱਬਾ ਬਟਨ ਦੱਬਿਆ ਜਾਂਦਾ ਹੈ। ਪੰਜਵੀਂ ਖਾਲੀ ਥਾਂ ਹੈ ਜਦੋਂ ਮਾਊਸ ਦਾ ਡੈਸ਼ ਬਟਨ ਦੱਬਿਆ ਜਾਵੇ ਤਾਂ ਕਲਰ 2 ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਖੱਬਾ, ਸੱਜਾ, ਸਕਰੋਲ ਜਾਂ ਕੋਈ ਨਹੀਂ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਜਦੋਂ ਮਾਊਸ ਦਾ ਸੱਜਾ ਬਟਨ ਦੱਬਿਆ ਜਾਵੇ ਤਾਂ ਕਲਰ 2 ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਿਹੜੇ ਟੂਲ ਦੀ ਵਰਤੋਂ ਡੱਬਾ ਬਣਾਉਣ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਰੈਕਟੈਂਗਲ। ਦੂਜਾ ਪ੍ਰਸ਼ਨ ਹੈ ਕਿਹੜੇ ਟੂਲ ਦੀ ਵਰਤੋਂ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦਾ ਉੱਤਰ ਹੈ ਕ੍ਰੌਪ। ਤੀਸਰਾ ਪ੍ਰਸ਼ਨ ਹੈ ਕਿਹੜਾ ਟੂਲ ਤਸਵੀਰ ਨੂੰ ਵੱਡਾ ਕਰਕੇ ਦੇਖਣ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਇਹਦਾ ਉੱਤਰ ਹੈ ਜ਼ੂਮ। ਚੌਥਾ ਪ੍ਰਸ਼ਨ ਹੈ ਕਿਹੜੇ ਟੂਲ ਦੀ ਵਰਤੋਂ ਸੁਤੰਤਰ ਲਾਈਨ ਲਗਾਉਣ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦਾ ਉੱਤਰ ਹੈ ਪੈਨਸਿਲ। ਪੰਜਵਾਂ ਪ੍ਰਸ਼ਨ ਹੈ ਕਿਹੜੇ ਟੂਲ ਦੀ ਵਰਤੋਂ ਸਾਡੀ ਡਰਾਇੰਗ ਵਿੱਚ ਅੱਖਰ ਸ਼ਾਮਲ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦਾ ਉੱਤਰ ਹੈ ਟੈਕਸਟ ਟੂਲ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਲਿੱਪ ਬੋਰਡ ਮੈਨੂ ਵਿੱਚ ਕਿਹੜੀਆਂ ਆਪਸ਼ਨਾਂ ਹੁੰਦੀਆਂ ਹਨ। ਤਾਂ ਕਲਿੱਪ ਬੋਰਡ ਮੈਨੂ ਵਿੱਚ ਸਾਡੇ ਕੋਲ ਵੱਖ-ਵੱਖ ਆਪਸ਼ਨਾਂ ਹੁੰਦੀਆਂ ਹਨ, ਜਿਵੇਂ ਕਿ ਤੁਸੀਂ ਚਿੱਤਰ ਵੀ ਦੇਖ ਪਾ ਰਹੇ ਹੋ, ਜਿਸ ਵਿੱਚ ਸਾਡੇ ਕੋਲ ਪਹਿਲਾ ਆਪਸ਼ਨ ਹੈ ਕੱਟ, ਦੂਸਰਾ ਕਾਪੀ ਅਤੇ ਤੀਸਰਾ ਪੇਸਟ। ਅੱਗੇ ਦੂਸਰਾ ਪ੍ਰਸ਼ਨ ਹੈ ਕ੍ਰੌਪ ਆਪਸ਼ਨ ਬਾਰੇ ਲਿਖੋ। ਸੋ ਹੋਮ ਟੈਬ ਦੇ ਇਮੇਜ ਗਰੁੱਪ ਵਿੱਚ ਸਭ ਤੋਂ ਉੱਪਰਲਾ ਬਟਨ ਜਿਸ ਦਾ ਆਈਕਨ ਡਾਇਮੰਡ ਸ਼ੇਪ ਵਿਚਕਾਰ ਲਾਈਨ ਹੈ ਉਸ ਨੂੰ ਕ੍ਰੌਪ ਕਿਹਾ ਜਾਂਦਾ ਹੈ। ਕ੍ਰੌਪ ਆਪਸ਼ਨ ਦੀ ਵਰਤੋਂ ਕਰਕੇ ਅਸੀਂ ਕਿਸੇ ਤਸਵੀਰ ਦੇ ਕੁਝ ਹਿੱਸੇ ਨੂੰ ਮਿਟਾ ਸਕਦੇ ਹਾਂ। ਤੀਸਰਾ ਪ੍ਰਸ਼ਨ ਹੈ ਟੂਲ ਮੈਨੂ ਵਿੱਚ ਮੌਜੂਦ ਟੂਲ ਦੇ ਨਾਮ ਲਿਖੋ। ਸੋ ਟੂਲ ਮੈਨੂ ਵਿੱਚ ਮੌਜੂਦ ਟੂਲ ਦੇ ਨਾਮ, ਪਹਿਲਾ ਹੈ ਪੈਨਸਿਲ, ਦੂਸਰਾ ਫਿਲ ਵਿਦ ਕਲਰ, ਤੀਸਰਾ ਟੈਕਸਟ, ਚੌਥਾ ਇਰੇਜ਼ਰ, ਪੰਜਵਾਂ ਕਲਰ ਪਿਕਰ, ਛੇਵਾਂ ਮੈਗਨੀਫਾਇਰ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਸਾਈਜ਼ ਟੂਲ ਕੀ ਹੁੰਦਾ। ਸਾਈਜ਼ ਟੂਲ ਇੱਕ ਅਜਿਹਾ ਟੂਲ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਕਿਸੇ ਬੁਰਸ਼ ਜਾਂ ਸ਼ੇਪ ਦੇ ਬਾਰਡਰ ਦੀ ਮੋਟਾਈ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਹ ਟੂਲ ਉਸ ਸਮੇਂ ਐਕਟਿਵ ਹੁੰਦਾ ਹੈ ਜਦੋਂ ਅਸੀਂ ਬੁਰਸ਼ ਜਾਂ ਸ਼ੇਪ ਟੂਲ ਦੀ ਚੋਣ ਕਰਦੇ ਹਾਂ। ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ ਬੁਰਸ਼ ਬਾਰੇ ਲਿਖੋ। ਸੋ ਬੁਰਸ਼ ਟੂਲ ਦੀ ਵਰਤੋਂ ਨਾਲ ਅਸੀਂ ਵੱਖ-ਵੱਖ ਟੈਕਸਚਰ ਅਤੇ ਬੁਰਸ਼ਾਂ ਦੇ ਆਕਾਰ ਦੀ ਵਰਤੋਂ ਕਰਦੇ ਹੋਏ ਡਰਾਇੰਗ ਬਣਾ ਸਕਦੇ ਹਾਂ। ਬੁਰਸ਼ ਦੇ ਆਕਾਰ ਨੂੰ ਅਸੀਂ ਸਾਈਜ਼ ਟੂਲ ਜਾਂ ਬੁਰਸ਼ ਟੂਲ ਨਾਲ ਕੰਟਰੋਲ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ ਹੋਮ ਟੈਬ ਰਿਬਨ ਤੇ ਮੌਜੂਦ ਗਰੁੱਪਾਂ ਦੇ ਨਾਮ ਲਿਖੋ। ਸੋ ਹੋਮ ਟੈਬ ਰਿਬਨ ਦੇ ਗਰੁੱਪਾਂ ਦੇ ਨਾਮ ਕੁਝ ਇਸ ਪ੍ਰਕਾਰ ਨੇ, ਜਿਸ ਵਿੱਚ ਪਹਿਲਾ ਹੈ ਕਲਿੱਪਬੋਰਡ, ਦੂਸਰਾ ਇਮੇਜ, ਤੀਸਰਾ ਟੂਲ, ਚੌਥਾ ਬ੍ਰਸ਼ਿਜ਼, ਪੰਜਵਾਂ ਸ਼ੇਪ, ਛੇਵਾਂ ਸਾਈਜ਼, ਸੱਤਵਾਂ ਕਲਰ। ਹੁਣ ਅਸੀਂ ਵੱਡੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ MS ਪੇਂਟ ਦੇ ਕਲਰ ਟੂਲ ਦੀ ਵਿਆਖਿਆ ਕਰੋ। ਸੋ ਹੋਮ ਟੈਬ ਰਿਬਨ ਦੇ ਕਲਰ ਟੂਲ ਦੇ 3 ਭਾਗ ਹਨ, ਜਿਸ ਵਿੱਚ ਪਹਿਲਾ ਹੈ ਕਲਰ 1 ਅਤੇ ਕਲਰ 2। ਸੋ ਕਲਰ 1 ਫੋਰਗਰਾਊਂਡ ਕਲਰ ਹੁੰਦਾ ਹੈ ਅਤੇ ਜਦੋਂ ਅਸੀਂ ਪੇਂਟ ਖੋਲਦੇ ਹਾਂ ਤਾਂ ਇਹ ਹਮੇਸ਼ਾ ਕਾਲਾ ਹੁੰਦਾ ਹੈ, ਅਤੇ ਕਲਰ 2 ਬੈਕਗਰਾਊਂਡ ਕਲਰ ਹੁੰਦਾ ਹੈ ਅਤੇ ਜਦੋਂ ਅਸੀਂ ਪੇਂਟ ਖੋਲਦੇ ਹਾਂ ਤਾਂ ਇਹ ਹਮੇਸ਼ਾ ਚਿੱਟੇ ਰੰਗ ਦਾ ਹੁੰਦਾ ਹੈ। ਦੂਸਰਾ ਆਪਸ਼ਨ ਹੈ ਕਲਰ ਪੈਲੇਟ। ਕਲਰ ਪੈਲੇਟ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਰੰਗ ਹੁੰਦੇ ਹਨ। ਤੀਸਰਾ ਹੈ ਐਡਿਟ ਕਲਰ। ਐਡਿਟ ਕਲਰ ਬਟਨ ਸਾਨੂੰ ਕਲਰ ਪੈਲੇਟ ਤੋਂ ਇਲਾਵਾ ਹੋਰ ਰੰਗ ਭਰਨ ਦੀ ਆਗਿਆ ਦਿੰਦਾ ਹੈ। ਦੂਸਰਾ ਸਾਡੇ ਕੋਲ ਵੱਡਾ ਪ੍ਰਸ਼ਨ ਹੈ ਟੈਕਸਟ ਟੂਲ ਕੀ ਹੁੰਦਾ ਹੈ। ਟੈਕਸਟ ਨੂੰ ਫਾਰਮੈਟ ਕਿਵੇਂ ਕੀਤਾ ਜਾਂਦਾ ਹੈ। ਸੋ ਟੈਕਸਟ ਟੂਲ ਦੀ ਵਰਤੋਂ ਇਮੇਜ ਜਾਂ ਡਰਾਇੰਗ ਸ਼ੀਟ ਵਿੱਚ ਟੈਕਸਟ ਭਰਨ ਲਈ ਕੀਤੀ ਜਾਂਦੀ ਹੈ। ਟੈਕਸਟ ਨੂੰ ਫਾਰਮੈਟ ਕਰਨ ਦਾ ਸਾਡੇ ਕੋਲ ਤਰੀਕਾ ਹੈ ਟੂਲ ਮੈਨੂ ਵਿੱਚੋਂ ਟੈਕਸਟ ਟੂਲ ਸਿਲੈਕਟ ਕਰੋ ਅਤੇ ਸ਼ੀਟ ਤੇ ਮਾਊਸ ਨਾਲ ਡਰੈਗ ਕਰਕੇ ਟੈਕਸਟ ਲਿਖੋ। ਟੈਕਸਟ ਨੂੰ ਸਿਲੈਕਟ ਕਰਕੇ ਫੌਂਟ ਨੇਮ ਬਾਕਸ ਵਿੱਚੋਂ ਫੌਂਟ ਮਾਊਸ ਦਾ ਬਟਨ ਦਬਾ ਕੇ ਉੱਪਰ ਤੋਂ ਹੇਠਾਂ ਵੱਲ ਨੂੰ ਆਓ। ਤੁਹਾਡੇ ਟੈਕਸਟ ਦੀ ਦਿੱਖ ਬਦਲਦੀ ਨਜ਼ਰ ਆਵੇਗੀ ਅਤੇ ਸਹੀ ਫੌਂਟ ਦੀ ਚੋਣ ਕਰੋ। ਇਸੇ ਤਰ੍ਹਾਂ ਫੌਂਟ ਸਟਾਈਲ ਅਤੇ ਕਲਰ 1 ਅਤੇ ਕਲਰ 2 ਨੂੰ ਬਦਲ ਕੇ ਟੈਕਸਟ ਫਾਰਮੈਟ ਸੈੱਟ ਕਰ ਸਕਦੇ ਹੋ। ਪਹਿਲਾਂ ਸਾਡੇ ਕੋਲ ਖਾਲੀ ਥਾਵਾਂ ਭਰੋ। ਪਹਿਲੀ ਸਾਡੇ ਕੋਲ ਖਾਲੀ ਥਾਂ ਹੈ ਕੰਪਿਊਟਰ ਹਾਰਡਵੇਅਰ ਅਤੇ ਡਿਵਾਈਸ ਦਾ ਸੁਮੇਲ ਹੈ। ਸਾਡੇ ਕੋਲ ਇਸ ਦਾ ਸਹੀ ਆਨਸਰ ਹੈ ਕੰਪਿਊਟਰ ਹਾਰਡਵੇਅਰ ਅਤੇ ਸੌਫਟਵੇਅਰ ਦਾ ਸੁਮੇਲ ਹੈ। ਦੂਸਰੀ ਖਾਲੀ ਥਾਂ ਹੈ ਹਦਾਇਤਾਂ ਦੇ ਸਮੂਹ ਨੂੰ ਡੈਸ਼ ਕਿਹਾ
ਜਾਂਦਾ ਹੈ। ਅਸੀਂ ਹੁਣੇ ਪੜ੍ਹਿਆ ਸੀਗਾ, ਸਾਡੇ ਕੋਲ ਸਹੀ ਆਨਸਰ ਕੀ ਹੈ? ਹਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਆ ਪ੍ਰੋਗਰਾਮ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਸਾਡੇ ਕੋਲ ਜਿਹਦਾ ਆਪਸ਼ਨ ਹੈ ਹਾਰਡਵੇਅਰ, ਸੌਫਟਵੇਅਰ, ਪ੍ਰੋਸੈਸਰ ਜਾਂ ਕੋਈ ਨਹੀਂ। ਸਹੀ ਆਨਸਰ ਸਾਡੇ ਕੋਲ ਇਹਦਾ ਪ੍ਰੋਗਰਾਮ ਦੇ ਸਮੂਹ ਨੂੰ ਸੌਫਟਵੇਅਰ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਚੌਥੇ ਨੰਬਰ ਦੀ ਖਾਲੀ ਥਾਂ ਹੈ। ਸੌਫਟਵੇਅਰ ਮੁੱਖ ਤੌਰ ਤੇ ਡੈਸ਼ ਤਰ੍ਹਾਂ ਦੇ ਹੁੰਦੇ ਹਨ, 2, 3, 4 ਜਾਂ 5। ਸਹੀ ਆਨਸਰ ਸਾਡੇ ਕੋਲ 2। ਅਗਲਾ ਸਾਡੇ ਕੋਲ ਕੰਪਿਊਟਰ ਡੈਸ਼ ਤੋਂ ਬਿਨਾ ਕੰਮ ਨਹੀਂ ਕਰ ਸਕਦਾ। ਕੰਪਿਊਟਰ ਸਿਸਟਮ ਸੌਫਟਵੇਅਰ ਤੋਂ ਬਿਨਾ ਕੰਮ ਨਹੀਂ ਕਰ ਸਕਦਾ। ਅਗਲੀ ਸਾਡੇ ਕੋਲ ਸਹੀ ਗੱਲ। ਸੋ ਬੱਚੇ, ਹੁਣ ਅਸੀਂ ਬਹੁਤ ਹੀ ਛੋਟੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ। ਸਾਡਾ ਪਹਿਲਾ ਪ੍ਰਸ਼ਨ ਹੈ, CPU ਦਾ ਕਿਹੜਾ ਭਾਗ ਬਾਕੀ ਸਾਰੇ ਭਾਗਾਂ ਜਿਵੇਂ ਪ੍ਰੋਸੈਸਰ, ਹਾਰਡ ਡਿਸਕ, ਰੈਮ ਆਦਿ ਨੂੰ ਜੋੜਦਾ ਹੈ? ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ CPU ਦਾ ਕੰਪਿਊਟਰ ਕੇਸ ਜਾਂ ਕੈਬਨਿਟ ਭਾਗ ਬਾਕੀ ਸਾਰੇ ਭਾਗਾਂ ਜਿਵੇਂ ਪ੍ਰੋਸੈਸਰ, ਹਾਰਡ ਡਿਸਕ, ਰੈਮ ਆਦਿ ਨੂੰ ਜੋੜਦਾ ਹੈ। ਦੂਸਰਾ ਪ੍ਰਸ਼ਨ ਹੈ, ਕੰਪਿਊਟਰ ਨੂੰ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ? ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕੰਪਿਊਟਰ ਨੂੰ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ। ਤੀਸਰਾ ਪ੍ਰਸ਼ਨ ਹੈ, ਕੰਪਿਊਟਰ ਦੇ ਕਿਹੜੇ ਭਾਗ ਨੂੰ ਛੂਹਿਆ ਨਹੀਂ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ? ਇਸ ਦਾ ਸਹੀ ਉੱਤਰ ਹੈ ਕੰਪਿਊਟਰ ਦੇ ਸੌਫਟਵੇਅਰ ਭਾਗ ਨੂੰ ਛੂਹਿਆ ਨਹੀਂ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਚੌਥਾ ਪ੍ਰਸ਼ਨ ਹੈ, ਸੌਫਟਵੇਅਰ ਦੀਆਂ ਕਿਹੜੀਆਂ 2 ਕਿਸਮਾਂ ਹੁੰਦੀਆਂ ਹਨ? ਤਾਂ ਸਾਡੇ ਕੋਲ ਸੌਫਟਵੇਅਰ 2 ਕਿਸਮਾਂ ਨੇ, ਐਪਲੀਕੇਸ਼ਨ ਸੌਫਟਵੇਅਰ ਅਤੇ ਸਿਸਟਮ ਸੌਫਟਵੇਅਰ। ਪੰਜਵਾਂ ਪ੍ਰਸ਼ਨ ਹੈ, ਕਿਸ ਕਿਸਮ ਦੇ ਸੌਫਟਵੇਅਰ ਵਧੇਰੇ ਮਹਿੰਗੇ ਹੁੰਦੇ ਹਨ? ਤਾਂ ਸਾਡੇ ਕੋਲ ਸਹੀ ਉੱਤਰ ਹੈ ਸਿਸਟਮ ਸੌਫਟਵੇਅਰ ਕਿਸਮ ਦੇ ਸੌਫਟਵੇਅਰ ਵਧੇਰੇ ਮਹਿੰਗੇ ਹੁੰਦੇ ਹਨ। ਅੱਗੇ ਸਾਡੇ ਕੋਲ ਆ ਗਏ ਹੁਣ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਹਾਰਡਵੇਅਰ ਕੀ ਹੈ? ਕੰਪਿਊਟਰ ਦੇ ਭੌਤਿਕ ਭਾਗ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ, ਹੱਥ ਲਗਾ ਸਕਦੇ ਹਾਂ, ਉਹਨਾਂ ਨੂੰ ਹਾਰਡਵੇਅਰ ਕਹਿੰਦੇ ਹਨ। ਉਦਾਹਰਨ ਦੇ ਲਈ ਕੀਬੋਰਡ, ਮਾਊਸ, ਮੋਨੀਟਰ, ਪ੍ਰਿੰਟਰ, ਮਦਰਬੋਰਡ, ਸਪੀਕਰ ਹਾਰਡਵੇਅਰ ਹਨ। ਹਾਰਡਵੇਅਰ ਵਿੱਚ ਡਾਟਾ ਨੂੰ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ। ਅਗਲਾ ਸਾਡੇ ਕੋਲ ਸੌਫਟਵੇਅਰ ਕੀ ਹੈ? ਸੌਫਟਵੇਅਰ ਪ੍ਰੋਗਰਾਮਾਂ ਦਾ ਇਕੱਠ ਜਾਂ ਸਮੂਹ ਹੁੰਦੇ ਹਨ ਅਤੇ ਇਹਨਾਂ ਨੂੰ ਕੰਪਿਊਟਰ ਹਾਰਡਵੇਅਰ ਵਿੱਚ ਸਟੋਰ ਅਤੇ ਰਨ ਕੀਤਾ ਜਾਂਦਾ ਹੈ। ਸੌਫਟਵੇਅਰ ਨੂੰ ਹਾਰਡਵੇਅਰ ਯੰਤਰਾਂ ਨੂੰ ਕੰਟਰੋਲ ਕਰਨ ਅਤੇ ਯੂਜ਼ਰ ਲਈ ਖਾਸ ਕੰਮ ਕਰਨ ਲਈ ਵਰਤਿਆ ਜਾਂਦਾ ਹੈ। ਸੋ ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਮਦਰਬੋਰਡ ਨਾਲ ਜੋੜੇ ਜਾਣ ਵਾਲੇ ਯੰਤਰਾਂ ਦੇ ਨਾਮ ਲਿਖੋ। ਸੋ ਮਦਰਬੋਰਡ ਨਾਲ ਜੋੜੇ ਜਾਣ ਵਾਲੇ ਯੰਤਰਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ। ਇਸ ਵਿੱਚ ਪਹਿਲਾ ਹੈ ਹਾਰਡ ਡਰਾਈਵ, ਦੂਸਰਾ ਵੀਡੀਓ ਕਾਰਡ, ਤੀਸਰਾ ਪ੍ਰੋਸੈਸਰ, ਚੌਥਾ ਫੈਨ, ਪੰਜਵਾਂ ਰੈਮ, ਛੇਵਾਂ ਪਾਵਰ ਸਪਲਾਈ ਅਤੇ ਸੱਤਵਾਂ CD ਜਾਂ DVD। ਉਸ ਤੋਂ ਬਾਅਦ ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਹਾਰਡਵੇਅਰ ਦੀਆਂ 4 ਉਦਾਹਰਨਾਂ ਦਿਓ। ਸੋ ਹਾਰਡਵੇਅਰ ਦੀਆਂ 4 ਉਦਾਹਰਨਾਂ ਹਨ, ਜਿਸ ਵਿੱਚ ਪਹਿਲੀ ਹੈ ਕੀਬੋਰਡ, ਦੂਸਰਾ ਮਾਊਸ ਅਤੇ ਤੀਸਰਾ ਮੋਨੀਟਰ ਅਤੇ ਚੌਥਾ CPU, ਜਿਸ ਨੂੰ ਅਸੀਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਆਖਦੇ ਹਾਂ। ਅੱਗੇ ਸਾਡੇ ਕੋਲ ਇਸ ਦਾ ਪੰਜਵਾਂ ਪ੍ਰਸ਼ਨ ਹੈ, ਸੌਫਟਵੇਅਰ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ? ਸੋ ਸੌਫਟਵੇਅਰ ਦੀਆਂ ਮੁੱਖ ਵਿਸ਼ੇਸ਼ਤਾਵਾਂ, ਜਿਸ ਵਿੱਚ ਪਹਿਲੀ ਹੈ ਸੌਫਟਵੇਅਰ ਦਾ ਭਾਰ ਨਹੀਂ ਹੁੰਦਾ, ਅਸੀਂ ਇਹਨਾਂ ਨੂੰ ਛੂਹ ਨਹੀਂ ਸਕਦੇ, ਸੌਫਟਵੇਅਰ ਹਾਰਡਵੇਅਰ ਨੂੰ ਕੰਮ ਕਰਨ ਦਾ ਹੁਕਮ ਦਿੰਦਾ ਹੈ ਅਤੇ ਲਾਸਟ ਹੈ ਸੌਫਟਵੇਅਰ ਕੀਮਤੀ ਹੁੰਦੇ ਹਨ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ, ਹਾਰਡਵੇਅਰ ਦਾ ਧਿਆਨ ਰੱਖਣ ਲਈ ਜ਼ਰੂਰੀ ਨੁਕਤੇ ਕੀ ਹਨ? ਜਿਸ ਵਿੱਚ ਪਹਿਲਾ ਹੈ ਕੰਪਿਊਟਰ ਦੇ ਭਾਗਾਂ ਨੂੰ ਸਾਨੂੰ ਸਾਫ਼ ਰੱਖਣਾ ਚਾਹੀਦਾ ਹੈ। ਦੂਜਾ ਹੈ ਕੰਪਿਊਟਰ ਨੂੰ ਵਰਤਣ ਤੋਂ ਬਾਅਦ ਉਸ ਨੂੰ ਕਵਰ ਕਰ ਦੇਣਾ ਚਾਹੀਦਾ ਹੈ। ਤੀਸਰਾ, ਕੰਪਿਊਟਰ ਦੇ ਭਾਗਾਂ ਦੀਆਂ ਤਾਰਾਂ ਨੂੰ ਖਿੱਚਣਾ ਨਹੀਂ ਚਾਹੀਦਾ। ਚੌਥਾ ਹੈ ਕੰਪਿਊਟਰ ਦੇ ਭਾਗਾਂ ਨੂੰ ਠੀਕ ਢੰਗ ਨਾਲ ਰੱਖਣਾ ਅਤੇ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ। ਪੰਜਵਾਂ ਹੈ ਕੰਪਿਊਟਰ ਦੀ ਪਾਵਰ ਔਨ ਕਰਕੇ ਉਸ ਨੂੰ ਸਾਫ਼ ਨਹੀਂ ਕਰਨਾ ਚਾਹੀਦਾ। ਕੰਪਿਊਟਰ ਹਾਰਡਵੇਅਰ ਨੂੰ ਸਾਫ਼ ਕਰਨ ਲੱਗਿਆ ਸਾਫ਼ ਜਾਂ ਨਰਮ ਕੱਪੜੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕੰਪਿਊਟਰ ਦੇ ਨੇੜੇ ਕੁਝ ਵੀ ਖਾਣਾ ਪੀਣਾ ਨਹੀਂ ਚਾਹੀਦਾ। ਕੰਪਿਊਟਰ ਕੀਬੋਰਡ ਦੇ ਬਟਨ ਨੂੰ ਜ਼ੋਰ ਨਾਲ ਨਹੀਂ ਦਬਾਉਣਾ ਚਾਹੀਦਾ। ਉਸ ਤੋਂ ਬਾਅਦ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਸਾਡੇ ਕੋਲ, ਐਪਲੀਕੇਸ਼ਨ ਸੌਫਟਵੇਅਰ ਅਤੇ ਸਿਸਟਮ ਸੌਫਟਵੇਅਰ ਵਿੱਚ ਅੰਤਰ ਦੱਸੋ। ਤਾਂ ਜਿਵੇਂ ਅਸੀਂ ਹੁਣੇ ਪੜ੍ਹਿਆ ਸੀਗਾ, ਸਿਸਟਮ ਸੌਫਟਵੇਅਰ ਕੰਪਿਊਟਰ ਚਲਾਉਣ ਲਈ ਲਾਜ਼ਮੀ ਹਨ, ਇਹਨਾਂ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ, ਜਦਕਿ ਐਪਲੀਕੇਸ਼ਨ ਸੌਫਟਵੇਅਰ ਕੰਪਿਊਟਰ ਚਲਾਉਣ ਲਈ ਲਾਜ਼ਮੀ ਨਹੀਂ ਹਨ, ਇਹਨਾਂ ਤੋਂ ਬਿਨਾਂ ਕੰਪਿਊਟਰ ਕੰਮ ਕਰ ਸਕਦਾ ਹੈ। ਦੂਸਰਾ ਸਾਡੇ ਕੋਲ ਪੁਆਇੰਟ, ਸਿਸਟਮ ਸੌਫਟਵੇਅਰ ਬਣਾਉਣ ਵਿੱਚ ਗੁੰਝਲਦਾਰ ਹੁੰਦਾ ਹੈ ਅਤੇ ਇਸ ਨੂੰ ਬਣਾਉਣ ਲਈ ਤਜਰਬੇ ਦੀ ਲੋੜ ਹੁੰਦੀ ਹੈ, ਜਦਕਿ ਐਪਲੀਕੇਸ਼ਨ ਸੌਫਟਵੇਅਰ ਬਣਾਉਣ ਲਈ ਸਧਾਰਨ ਹੁੰਦਾ ਹੈ ਅਤੇ ਇਸ ਨੂੰ ਘੱਟ ਤਜਰਬੇ ਵਾਲਾ ਵਿਅਕਤੀ ਵੀ ਬਣਾ ਸਕਦਾ ਹੈ। ਤੀਸਰਾ ਇਹਦਾ ਪੁਆਇੰਟ ਹੈ, ਸਿਸਟਮ ਸੌਫਟਵੇਅਰ ਦੀ ਕੀਮਤ ਜ਼ਿਆਦਾ ਹੁੰਦੀ ਹੈ, ਜਦਕਿ ਐਪਲੀਕੇਸ਼ਨ ਸੌਫਟਵੇਅਰ ਦੀ ਕੀਮਤ ਘੱਟ ਹੁੰਦੀ ਹੈ। ਚੌਥਾ ਪੁਆਇੰਟ ਹੈ, ਸਿਸਟਮ ਸੌਫਟਵੇਅਰ ਹਾਰਡਵੇਅਰ ਨਾਲ ਸਿੱਧੇ ਤੌਰ 'ਤੇ ਸੰਪਰਕ ਕਰਦੇ ਹਨ ਅਤੇ ਇਹ ਆਪਰੇਟਿੰਗ ਸਿਸਟਮ 'ਤੇ ਨਿਰਭਰ ਕਰਦੇ ਹਨ,
जबकि एप्लीकेशन सॉफ्टवेयर हार्डवेयर नाल सीधे तौर पर संपर्क नहीं करते ਅਤੇ ਇਹ सिस्टम सॉफ्टवेयर ਤੇ निर्भर करते हैं। पंजवीं साडे कोल पॉइंट है सिस्टम सॉफ्टवेयर ਦੀਆਂ ਉਦਾਹਰਨਾਂ ਹਨ विंडो लाइनक्स आदि, जबकि एप्लीकेशन सॉफ्टवेयर ਸਾਡੇ ਕੋਲ ਉਦਾਹਰਨਾਂ ਨੇ MS पेंट, MS वर्ड, MS एक्सेल, पावर पॉइंट आदि। ਸਾਡੇ ਕੋਲ ਦੂਸਰਾ ਵੱਡਾ ਆਪਰੇਸ਼ਨ ਹੈ ਹਾਰਡਵੇਅਰ ਤੇ ਨੋਟ ਲਿਖੋ। ਸੋ ਕੰਪਿਊਟਰ ਦੇ ਭੌਤਿਕ ਭਾਗ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ, ਹੱਥ ਲਗਾ ਸਕਦੇ ਹਾਂ, ਉਹਨਾਂ ਨੂੰ ਹਾਰਡਵੇਅਰ ਕਹਿੰਦੇ ਹਾਂ। ਉਦਾਹਰਨ ਦੇ ਲਈ ਕੀਬੋਰਡ, ਮਾਊਸ, ਮੋਨੀਟਰ, ਪ੍ਰਿੰਟਰ, ਮਦਰਬੋਰਡ, ਸਪੀਕਰ ਹਾਰਡਵੇਅਰ ਹਨ। ਸੋ ਹਾਰਡਵੇਅਰ ਵਿੱਚ ਡਾਟੇ ਨੂੰ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ। ਸੋ ਹਾਰਡਵੇਅਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਹਾਰਡਵੇਅਰ ਨੂੰ ਅਸੀਂ ਛੂਹ ਸਕਦੇ ਹਾਂ, ਹਾਰਡਵੇਅਰ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਹਾਰਡਵੇਅਰ ਥਾਂ ਘੇਰਦੇ ਹਨ ਅਤੇ ਹਾਰਡਵੇਅਰ ਵਿੱਚ ਡਾਟੇ ਨੂੰ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ। ਸੋ ਹੁਣ ਅਸੀਂ ਪਾਰਟ ਨੰਬਰ 7 ਦਾ ਅਭਿਆਸ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਂ ਭਰੋ। ਸਾਡੇ ਕੋਲ ਪਹਿਲੀ ਖਾਲੀ ਥਾਂ ਹੈ ਡੈਸ਼ ਦੀ ਵਰਤੋਂ ਕੰਪਿਊਟਰ ਵਿੱਚ ਫੋਟੋਆਂ ਕਲਿੱਕ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਜੋ ਆਪਸ਼ਨ ਹੈ ਹੈਡਫੋਨ, ਵੈਬ ਕੈਮਰਾ, ਸਪੀਕਰ ਜਾਂ ਕੋਈ ਵੀ ਨਹੀਂ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਵੈਬ ਕੈਮਰਾ ਦੀ ਵਰਤੋਂ ਕੰਪਿਊਟਰਾਂ ਵਿੱਚ ਫੋਟੋਆਂ ਕਲਿੱਕ ਕਰਨ ਲਈ ਕੀਤੀ ਜਾਂਦੀ ਹੈ। ਦੂਸਰੀ ਸਾਡੇ ਕੋਲ ਖਾਲੀ ਥਾਂ ਹੈ ਬਾਰਕੋਡ ਰੀਡਰ ਵਿੱਚ ਡੈਸ਼ ਲੱਗਿਆ ਹੁੰਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਲਾਈਟ ਸੈਂਸਰ, ਹੀਟ, ਮੈਗਨੈਟਿਕ ਜਾਂ ਸਾਰੇ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਬਾਰਕੋਡ ਰੀਡਰ ਵਿੱਚ ਲਾਈਟ ਸੈਂਸਰ ਲੱਗਿਆ ਹੁੰਦਾ ਹੈ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਇੱਕ ਪੁਆਇੰਟਿੰਗ ਯੰਤਰ ਹੈ। ਸਾਡੇ ਕੋਲ ਜੋ ਆਪਸ਼ਨ ਹੈ ਕੀਬੋਰਡ, ਮਾਊਸ, ਕੈਮਰਾ ਜਾਂ ਕੋਈ ਵੀ ਨਹੀਂ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਮਾਊਸ ਇੱਕ ਪੁਆਇੰਟਿੰਗ ਯੰਤਰ ਹੈ। ਚੌਥੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਤਾਂ ਸਾਡੇ ਕੋਲ ਜੋ ਆਪਸ਼ਨ ਹੈ ਪ੍ਰਿੰਟਰ, ਕੀਬੋਰਡ, ਸਕੈਨਰ ਜਾਂ ਮਾਊਸ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਸਕੈਨਰ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਤਸਵੀਰਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਪੰਜਵੀਂ ਖਾਲੀ ਥਾਂ ਹੈ ਡੈਸ਼ ਕੀਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁਮਾਉਣ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਜੋ ਆਪਸ਼ਨ ਹੈ ਸਪੈਸ਼ਲ ਕੀ, ਐਰੋ ਕੀ, ਫੰਕਸ਼ਨ ਕੀਜ਼ ਤੇ ਨੂਮੈਰਿਕ ਕੀਜ਼। ਇਹਦਾ ਸਹੀ ਉੱਤਰ ਹੈ ਐਰੋ ਕੀਜ਼ ਦੀ ਵਰਤੋਂ ਕਰਸਰ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਘੁਮਾਉਣ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਕੰਪਿਊਟਰ ਵਿੱਚ ਤਸਵੀਰਾਂ ਲੈਣ ਲਈ ਇਸ ਉਪਕਰਨ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ ਵੈਬ ਕੈਮਰਾ। ਦੂਸਰਾ ਸਾਡੇ ਕੋਲ ਪ੍ਰਸ਼ਨ ਹੈ ਪੇਂਟ ਵਿੰਡੋ ਦੇ ਕਿਸ ਭਾਗ ਦੀ ਵਰਤੋਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ ਸਕਰੋਲ ਬਾਰ। ਤੀਸਰਾ ਸਾਡੇ ਕੋਲ ਪ੍ਰਸ਼ਨ ਹੈ ਕੀਬੋਰਡ ਉੱਪਰ ਕਿੰਨੀਆਂ ਫੰਕਸ਼ਨ ਕੀਜ਼ ਲੱਗੀਆਂ ਹੁੰਦੀਆਂ ਨੇ। ਸਾਡੇ ਕੋਲ ਸਹੀ ਉੱਤਰ ਹੈ 12। ਚੌਥਾ ਸਾਡੇ ਕੋਲ ਪ੍ਰਸ਼ਨ ਹੈ ਵੀਡੀਓ ਗੇਮ ਕੰਟਰੋਲ ਕਰਨ ਲਈ ਕਿਸ ਉਪਕਰਨ ਦਾ ਪ੍ਰਯੋਗ ਹੁੰਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਜੋਇਸਟਿਕ। ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ ਕਿਹੜੀਆਂ ਕੀਜ਼ ਦੀ ਵਰਤੋਂ ਕਰਸਰ ਨੂੰ ਹਿਲਾਉਣ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ ਐਰੋ ਕੀਜ਼। ਸੋ ਅੱਗੇ ਹੁਣ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ ਜਿਸ ਵਿੱਚ ਸਾਡੇ ਕੋਲ ਪਹਿਲਾ ਛੋਟਾ ਪ੍ਰਸ਼ਨ ਹੈ ਇਨਪੁਟ ਯੰਤਰਾਂ ਦੀ ਵਿਆਖਿਆ ਕਰੋ। ਸੋ ਇਨਪੁਟ ਯੰਤਰ ਇੱਕ ਅਜਿਹਾ ਹਾਰਡਵੇਅਰ ਯੰਤਰ ਹੈ ਜਿਸ ਦੀ ਵਰਤੋਂ ਕੰਪਿਊਟਰ ਵਿੱਚ ਡਾਟਾ, ਹਦਾਇਤਾਂ ਅਤੇ ਸੂਚਨਾ ਨੂੰ ਇਨਪੁਟ ਕਰਵਾਉਣ ਲਈ ਕੀਤੀ ਜਾਂਦੀ ਹੈ। ਜੇਕਰ CPU ਕੰਪਿਊਟਰ ਦਾ ਦਿਮਾਗ ਹੈ ਤਾਂ ਇਨਪੁਟ ਯੰਤਰ ਕੰਪਿਊਟਰ ਦੇ ਅੱਖ ਅਤੇ ਕੰਨ ਹਨ ਜੋ ਇਸ ਤੱਕ ਕਿਸੇ ਵੀ ਸੂਚਨਾ ਨੂੰ ਪਹੁੰਚਾਉਂਦੇ ਹਨ। ਦੂਸਰਾ ਪ੍ਰਸ਼ਨ ਹੈ ਕੋਈ 6 ਇਨਪੁਟ ਯੰਤਰਾਂ ਦੇ ਨਾਂ ਲਿਖੋ। ਸਾਡੇ ਕੋਲ 6 ਇਨਪੁਟ ਯੰਤਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ ਜਿਸ ਵਿੱਚ ਪਹਿਲਾ ਹੈ ਕੀਬੋਰਡ, ਮਾਊਸ, ਸਕੈਨਰ, ਟਰੈਕ ਬਾਲ, ਜੋਇਸਟਿਕ ਅਤੇ ਵੈਬ ਕੈਮਰਾ। ਤੀਸਰਾ ਪ੍ਰਸ਼ਨ ਹੈ ਜੋਇਸਟਿਕ ਤੇ ਨੋਟ ਲਿਖੋ। ਸੋ ਜੋਇਸਟਿਕ ਇੱਕ ਇਨਪੁਟ ਯੰਤਰ ਹੈ। ਜੋਇਸਟਿਕ ਵਿੱਚ ਇੱਕ ਆਧਾਰ ਅਤੇ ਇੱਕ ਸਟਿਕ ਲੱਗੀ ਹੁੰਦੀ ਹੈ ਜਿਸ ਨੂੰ ਕਿਸੇ ਵੀ ਦਿਸ਼ਾ ਵਿੱਚ ਘੁਮਾਇਆ ਜਾ ਸਕਦਾ ਹੈ। ਇਸ ਦੀ ਲਚਕਦਾਰ ਮੂਵਮੈਂਟ ਕਰਕੇ ਇਸ ਵਿੱਚ ਕੀਬੋਰਡ ਨਾਲੋਂ ਜ਼ਿਆਦਾ ਕੰਟਰੋਲ ਹੁੰਦਾ ਹੈ। ਇਸ ਵਿੱਚ ਇੱਕ ਲੀਵਰ ਲੱਗਾ ਹੁੰਦਾ ਹੈ ਜੋ ਹਰ ਦਿਸ਼ਾ ਵਿੱਚ ਘੁੰਮਦਾ ਹੈ ਅਤੇ ਪੁਆਇੰਟਰ ਦੀ ਦਿਸ਼ਾ ਨੂੰ ਕੰਟਰੋਲ ਕਰਦਾ ਹੈ। ਜੋਇਸਟਿਕ ਦੀ ਵਰਤੋਂ ਵੀਡੀਓ ਗੇਮ ਖੇਡਣ ਲਈ ਕੀਤੀ ਜਾਂਦੀ ਹੈ। ਜੋਇਸਟਿਕ ਵਿੱਚ ਇੱਕ ਤੋਂ ਵੱਧ ਬਟਨ ਲੱਗੇ ਹੁੰਦੇ ਹਨ ਜਿਨ੍ਹਾਂ ਨੂੰ ਪੁਸ਼ ਬਟਨ ਵੀ ਕਹਿੰਦੇ ਹਨ। ਅੱਗੇ ਹੁਣ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਿਸੇ ਦੋ ਇਨਪੁਟ ਯੰਤਰਾਂ ਦੀ ਵਿਆਖਿਆ ਕਰੋ। ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਮਾਈਕਰੋਫੋਨ। ਸੋ ਮਾਈਕਰੋਫੋਨ ਨੂੰ ਮਾਈਕ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕੰਪਿਊਟਰ ਵਿੱਚ ਆਵਾਜ਼ ਰਿਕਾਰਡ ਕਰਨ ਜਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਜੇਕਰ ਸਾਡੇ ਕੰਪਿਊਟਰ ਵਿੱਚ ਮਾਈਕ ਲੱਗਿਆ ਹੋਵੇ ਤਾਂ ਅਸੀਂ ਇਸ ਰਾਹੀਂ ਆਪਣੀ ਆਵਾਜ਼ ਰਿਕਾਰਡ ਕਰ ਸਕਦੇ ਹਾਂ ਅਤੇ ਰਿਕਾਰਡ ਕੀਤੀ ਆਵਾਜ਼ ਸੁਣ ਵੀ ਸਕਦੇ ਹਾਂ। ਸੋ ਜਿਹੜੇ ਯੂਜ਼ਰ ਕੰਪਿਊਟਰ ਉੱਤੇ ਕੁਝ ਟਾਈਪ ਨਹੀਂ ਕਰ ਸਕਦੇ ਉਹ ਯੂਜ਼ਰ ਮਾਈਕ ਰਾਹੀਂ ਬੋਲ ਕੇ ਵੀ ਕੰਪਿਊਟਰ ਨੂੰ ਇਨਪੁਟ ਦੇ ਸਕਦੇ ਹਨ। ਮਾਈਕ ਦੀ ਵਰਤੋਂ ਇੰਟਰਨੈਟ ਰਾਹੀਂ ਦੋਸਤਾਂ ਨਾਲ ਗੱਲਬਾਤ ਕਰਨ ਲਈ ਵੀ ਕੀਤੀ ਜਾਂਦੀ ਹੈ। ਮਾਈਕ ਰਾਹੀਂ ਕੰਪਿਊਟਰ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਹਨ।
दूसरा साडे कोल यंत्र है वैब कैमरा। सो वैब कैमरा एक इनपुट यंत्र है। इस दी वरतों फोटोआं अते छोटियां वीडियोज़ रिकॉर्ड करने लई कीती जांदी है। ये आम कैमरे वांग ही हुंदा है, बस फर्क इन्ना है कि आम कैमरा फोटो नूं फिल्म रोल या मैमरी कार्ड में सेव करता है ਅਤੇ ਵੈਬ ਕੈਮਰਾ ਫੋਟੋ ਨੂੰ ਕੰਪਿਊਟਰ ਦੀ ਮੈਮਰੀ ਵਿੱਚ ਸਟੋਰ ਕਰ ਦਿੰਦਾ ਹੈ। ਸੋ ਵੈਬ ਕੈਮਰੇ ਰਾਹੀਂ ਖਿੱਚੀ ਗਈ ਤਸਵੀਰਾਂ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ਵੈਬ ਕੈਮਰਾ ਜ਼ਿਆਦਾ ਮਹਿੰਗਾ ਯੰਤਰ ਨਹੀਂ ਹੈ। ਦੂਸਰਾ ਸਾਡੇ ਕੋਲ ਵੱਡਾ ਆਪਰੇਸ਼ਨ ਹੈ ਬਾਰਕੋਡ ਰੀਡਰ ਤੇ ਨੋਟ ਲਿਖੋ। ਸੋ ਬਾਰਕੋਡ ਰੀਡਰ ਇੱਕ ਇਲੈਕਟ੍ਰੋਨਿਕ ਯੰਤਰ ਹੈ ਜਿਸ ਦੀ ਵਰਤੋਂ ਬਾਰਕੋਡ ਪ੍ਰਿੰਟ ਨੂੰ ਪੜ੍ਹਨ ਲਈ ਕੀਤੀ ਜਾਂਦੀ ਹੈ। ਬਾਰਕੋਡ ਰੀਡਰ ਵਿੱਚ एक ਲੈਂਸ ਅਤੇ ਇੱਕ ਲਾਈਟ ਸੈਂਸਰ ਲੱਗਿਆ ਹੁੰਦਾ ਹੈ ਜੋ ਕਿ ਆਪਟੀਕਲ ਤਰੰਗਾਂ ਨੂੰ ਇਲੈਕਟ੍ਰੀਕਲ ਤਰੰਗਾਂ ਵਿੱਚ ਬਦਲਦਾ ਹੈ। ਸੋ ਵੱਡੇ ਸ਼ਾਪਿੰਗ ਮਾਲ ਅਤੇ ਸਟੋਰਾਂ ਵਿੱਚ ਬਾਰਕੋਡ ਰੀਡਰ ਦੀ ਵਰਤੋਂ ਵਸਤੂਆਂ ਦੀ ਸਹੀ ਕੀਮਤ ਪਤਾ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਤੀਜਾ ਆਪਰੇਸ਼ਨ ਹੈ ਮਾਊਸ ਕੀ ਹੈ, ਇਸ ਦੇ ਬਟਨਾਂ ਤੇ ਕੰਮਾਂ ਬਾਰੇ ਜਾਣਕਾਰੀ ਦਿਓ। ਸੋ ਮਾਊਸ ਇੱਕ ਅਜਿਹਾ ਇਨਪੁਟ ਯੰਤਰ ਹੈ ਜਿਸ ਦੀ ਵਰਤੋਂ ਸਕਰੀਨ ਤੇ ਕਰਸਰ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਪੁਆਇੰਟਿੰਗ ਯੰਤਰ ਵੀ ਕਿਹਾ ਜਾਂਦਾ ਹੈ। ਆਮ ਤੌਰ ਤੇ ਮਾਊਸ ਉੱਪਰ 3 ਬਟਨ ਲੱਗੇ ਹੁੰਦੇ ਹਨ ਜਿਨ੍ਹਾਂ ਬਟਨਾਂ ਦੀ ਵਰਤੋਂ ਕਰਦੇ ਹੋਏ ਕੋਈ ਕੰਮ ਕੀਤਾ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਕਲਿੱਕ ਕਿਹਾ ਜਾਂਦਾ ਹੈ। ਸੋ ਮਾਊਸ ਨੂੰ ਪੱਧਰੇ ਤਲ ਤੇ ਘੁਮਾਇਆ ਜਾਂਦਾ ਹੈ। ਜਿਵੇਂ ਮਾਊਸ ਨੂੰ ਘੁਮਾਇਆ ਜਾਂਦਾ ਹੈ ਉਵੇਂ ਹੀ ਮਾਊਸ ਦਾ ਪੁਆਇੰਟਰ ਸਕਰੀਨ ਤੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ। ਸੋ ਮਾਊਸ ਤੇ ਲੱਗੇ 3 ਬਟਨ ਹੁੰਦੇ ਹਨ, ਖੱਬਾ ਬਟਨ, ਸੱਜਾ ਬਟਨ, ਸਕਰੋਲ ਬਟਨ। ਸਭ ਤੋਂ ਪਹਿਲਾਂ ਅਸੀਂ ਖੱਬੇ ਬਟਨ ਬਾਰੇ ਗੱਲ ਕਰਾਂਗੇ। ਇਸ ਦੀ ਵਰਤੋਂ ਕਿਸੇ ਫਾਈਲ ਨੂੰ ਸਿਲੈਕਟ ਕਰਨ ਲਈ ਕੀਤੀ ਜਾਂਦੀ ਹੈ। ਇਸ ਕੀ ਨੂੰ ਇੱਕ ਵਾਰ ਦਬਾਉਣ ਨੂੰ ਸਿੰਗਲ ਕਲਿੱਕ ਅਤੇ 2 ਵਾਰ ਦਬਾਉਣ ਨੂੰ ਡਬਲ ਕਲਿੱਕ ਕਹਿੰਦੇ ਹਨ। ਦੂਸਰਾ ਸਾਡੇ ਕੋਲ ਇਸਦਾ ਬਟਨ ਹੈ ਸਕਰੋਲ ਬਟਨ। ਸੋ ਇਸ ਦੀ ਵਰਤੋਂ ਡਾਕੂਮੈਂਟ ਵਿੱਚ ਉੱਪਰ ਹੇਠਾਂ ਸਕਰੀਨ ਨੂੰ ਸਰਕਾਉਣ ਲਈ ਕੀਤੀ ਜਾਂਦੀ ਹੈ। ਤੀਸਰਾ ਹੈ ਸੱਜਾ ਬਟਨ। ਇਸ ਬਟਨ ਦੀ ਵਰਤੋਂ ਫਾਈਲ ਦੀ ਪ੍ਰਾਪਰਟੀ ਦੇਖਣ ਲਈ ਕੀਤੀ ਜਾਂਦੀ ਹੈ। ਇਸ ਨੂੰ ਰਾਈਟ ਕਲਿੱਕ ਵੀ ਕਹਿੰਦੇ ਹਨ। ਅੱਗੇ ਸਾਡੇ ਕੋਲ ਚੌਥਾ ਆਪਰੇਸ਼ਨ ਹੈ ਪੁਆਇੰਟਿੰਗ ਯੰਤਰ ਕੀ ਹੁੰਦੇ ਹਨ, ਉਦਾਹਰਨ ਸਹਿਤ ਵਿਆਖਿਆ ਕਰੋ। ਪੁਆਇੰਟਿੰਗ ਯੰਤਰ ਉਹ ਯੰਤਰ ਹੁੰਦੇ ਹਨ ਜੋ ਕਿ ਸਕਰੀਨ ਤੇ ਦਿਖਾਈ ਦੇਣ ਵਾਲੇ ਪੁਆਇੰਟਰ ਜਾਂ ਐਰੋ ਨੂੰ ਕੰਟਰੋਲ ਕਰਨ ਲਈ ਵਰਤੇ ਜਾਂਦੇ ਹਨ। ਸੋ ਮਾਊਸ ਵੀ ਇੱਕ ਆਮ ਵਰਤਿਆ ਜਾਣ ਵਾਲਾ ਪੁਆਇੰਟਿੰਗ ਯੰਤਰ ਹੈ। ਅਸੀਂ ਜਦੋਂ ਵੀ ਮਾਊਸ ਨੂੰ ਇੱਕ ਮਾਊਸ ਪੈਡ ਜਾਂ ਕਿਸੇ ਪੱਧਰੇ ਤਲ ਤੇ ਉੱਪਰ ਘੁਮਾਉਂਦੇ ਹਾਂ ਤਾਂ ਸਕਰੀਨ ਉੱਪਰ ਮਾਊਸ ਪੁਆਇੰਟਰ ਵੀ ਸਾਨੂੰ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ। ਕੁਝ ਮੁੱਖ ਪੁਆਇੰਟਿੰਗ ਯੰਤਰ ਸਾਡੇ ਕੋਲ ਹੈ ਮਾਊਸ, ਟੱਚ ਪੈਡ ਅਤੇ ਲਾਈਟ ਪੈਨ। ਪੰਜਵਾਂ ਸਾਡੇ ਕੋਲ ਆਪਰੇਸ਼ਨ ਹੈ ਸਪੈਸ਼ਲ ਕੀ ਅਤੇ ਇਹਨਾਂ ਦੇ ਕੰਮਾਂ ਦੀ ਵਿਆਖਿਆ ਕਰੋ। ਸੋ ਕੀਬੋਰਡ ਤੇ ਹਰੇਕ ਸਪੈਸ਼ਲ ਕੀ ਦੀ ਵਰਤੋਂ ਖਾਸ ਕੰਮ ਕਰਵਾਉਣ ਲਈ ਕੀਤੀ ਜਾਂਦੀ ਹੈ। ਜਿਸ ਵਿੱਚ ਸਾਡੇ ਕੋਲ ਇਸ ਦੇ ਪਹਿਲਾ ਹੈ ਸਪੇਸ ਬਾਰ। ਸੋ ਇਸ ਕੀ ਦੀ ਵਰਤੋਂ 2 ਅੱਖਰਾਂ ਵਿਚਕਾਰ ਖਾਲੀ ਥਾਂ ਛੱਡਣ ਲਈ ਕੀਤੀ ਜਾਂਦੀ ਹੈ। ਦੂਸਰਾ ਹੈ ਟੈਬ ਕੀ। ਸੋ MS ਵਰਡ ਵਿੱਚ ਟੈਬ ਕੀ ਦੀ ਵਰਤੋਂ ਕਰਨ ਨਾਲ ਕਰਸਰ 0.5 ਇੰਚ ਅੱਗੇ ਵੱਲ ਨੂੰ ਵੱਧਦਾ ਹੈ। ਤੀਸਰਾ ਹੈ ਬੈਕ ਸਪੇਸ। ਇਸ ਕੀ ਦੀ ਵਰਤੋਂ ਕਰਸਰ ਦੇ ਖੱਬੇ ਪਾਸੇ ਮੌਜੂਦ ਅੱਖਰਾਂ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ। ਚੌਥਾ ਹੈ ਡਿਲੀਟ। ਇਸ ਕੀ ਦੀ ਵਰਤੋਂ ਕਰਸਰ ਦੇ ਸੱਜੇ ਪਾਸੇ ਮੌਜੂਦ ਅੱਖਰਾਂ ਨੂੰ ਮਿਟਾਉਣ ਲਈ ਕੀਤੀ ਜਾਂਦੀ ਹੈ। ਪੰਜਵਾਂ ਹੈ ਐਂਟਰ। ਇਸ ਕੀ ਦੀ ਵਰਤੋਂ ਨਾਲ ਲਾਈਨ ਜਾਂ ਪੈਰਾਗ੍ਰਾਫ ਨੂੰ ਅਗਲੀ ਲਾਈਨ ਤੋਂ ਸ਼ੁਰੂ ਕੀਤਾ ਜਾਂਦਾ ਹੈ। ਲਾਸਟ ਵਿੱਚ ਹੈ ਵਿੰਡੋ। ਸੋ ਇਸ ਕੀ ਨੂੰ ਦਬਾਉਣ ਨਾਲ ਵਿੰਡੋ ਦਾ ਸਟਾਰਟ ਬਟਨ ਐਕਟਿਵ ਹੋ ਜਾਂਦਾ ਹੈ। ਸੋ ਹੁਣ ਅਸੀਂ ਪਾਰਟ ਨੰਬਰ 8 ਦਾ ਅਭਿਆਸ ਕਰਾਂਗੇ ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਵਾਂ ਨੇ। ਸੋ ਪਹਿਲੀ ਖਾਲੀ ਥਾਂ ਹੈ ਮੋਨੀਟਰ ਇੱਕ ਸੌਫਟ ਕਾਪੀ ਅਤੇ ਡੈਸ਼ ਇੱਕ ਹਾਰਡ ਕਾਪੀ ਆਊਟਪੁੱਟ ਯੰਤਰ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਪ੍ਰਿੰਟਰ, ਪਲੋਟਰ, ਉਕਤ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਇਸਦਾ ਸਹੀ ਉੱਤਰ ਹੈ ਮੋਨੀਟਰ ਇੱਕ ਸੌਫਟ ਕਾਪੀ ਅਤੇ ਪ੍ਰਿੰਟਰ ਅਤੇ ਪਲੋਟਰ ਇੱਕ ਹਾਰਡ ਕਾਪੀ ਆਊਟਪੁੱਟ ਯੰਤਰ ਹੈ। ਦੂਸਰਾ ਸਾਡੇ ਕੋਲ ਡੈਸ਼ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ਾਂ ਸੁਣਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਪ੍ਰਿੰਟਰ, ਸਪੀਕਰ, ਮਾਈਕਰੋਫੋਨ ਜਾਂ ਮਾਊਸ। ਸਾਡੇ ਕੋਲ ਸਹੀ ਉੱਤਰ ਹੈ ਸਪੀਕਰ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ ਸੁਣਨ ਲਈ ਕੀਤੀ ਜਾਂਦੀ ਹੈ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਆਊਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ ਪ੍ਰਿੰਟਰ, ਕੀਬੋਰਡ, ਮਾਊਸ ਜਾਂ ਸਪੀਕਰ। ਸਾਡੇ ਕੋਲ ਦਾ ਸਹੀ ਉੱਤਰ ਹੈ ਪ੍ਰਿੰਟਰ ਆਊਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਡੈਸ਼ ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾ ਕੇ ਛਾਪਦਾ ਹੈ। ਤਾਂ ਸਾਡੇ ਕੋਲ ਦੇ ਆਪਸ਼ਨ ਹੈ ਡਾਟ ਮੈਟ੍ਰਿਕਸ, ਇੰਕਜੈਟ, ਲੇਜ਼ਰ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ ਡਾਟ ਮੈਟ੍ਰਿਕਸ ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾ ਕੇ ਛਾਪਦਾ ਹੈ। ਅੱਗੇ ਪੰਜਵਾਂ ਸਾਡੇ ਕੋਲ ਖਾਲੀ ਥਾਂ ਹੈ ਮੋਨੀਟਰ ਡੈਸ਼ ਕਿਸਮਾਂ ਦੇ ਹੁੰਦੇ ਨੇ। ਸਾਡੇ ਕੋਲ ਦੇ ਆਪਸ਼ਨ ਹੈ 2, 3, 4 ਜਾਂ 5। ਸਾਡੇ ਕੋਲ ਦਾ ਸਹੀ ਉੱਤਰ ਹੈ ਮੋਨੀਟਰ 2 ਕਿਸਮਾਂ ਦੇ
ਹੁੰਦੇ ਹਨ। ਅੱਗੇ ਸਾਡੇ ਕੋਲ 6ਵੀਂ ਖਾਲੀ ਥਾਂ ਹੈ ਹੈੱਡਫੋਨ ਨੂੰ ਡੈਸ਼ ਵੀ ਕਿਹਾ ਜਾਂਦਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਨੇ ਆਈਫੋਨ, ਈਅਰਫੋਨ, ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਹੈੱਡਫੋਨ ਨੂੰ ਈਅਰਫੋਨ ਵੀ ਕਿਹਾ ਜਾਂਦਾ ਹੈ। ਅੱਗੇ ਹੁਣ ਅਸੀਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਆਊਟਪੁੱਟ ਯੰਤਰ ਕੀ ਹੁੰਦੇ ਹਨ। ਸੋ ਆਊਟਪੁੱਟ ਯੰਤਰ ਇੱਕ ਕੰਪਿਊਟਰ ਹਾਰਡਵੇਅਰ ਯੰਤਰ ਹੈ ਜੋ ਕਿ ਡਾਟਾ ਪ੍ਰੋਸੈਸਿੰਗ ਤੋਂ ਬਾਅਦ ਪੈਦਾ ਹੋਏ ਨਤੀਜੇ ਨੂੰ ਹਾਰਡ ਕਾਪੀ ਜਾਂ ਸਾਫਟ ਕਾਪੀ ਦੇ ਤੌਰ ਤੇ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ। ਮੋਨੀਟਰ ਦਿਖਣ ਵਾਲੇ ਨਤੀਜੇ ਨੂੰ ਸਾਫਟ ਕਾਪੀ ਅਤੇ ਪ੍ਰਿੰਟਰ ਰਾਹੀਂ ਪੇਪਰ ਤੇ ਪ੍ਰਿੰਟ ਹੋਣ ਵਾਲੇ ਨਤੀਜਿਆਂ ਨੂੰ ਹਾਰਡ ਕਾਪੀ ਕਿਹਾ ਜਾਂਦਾ ਹੈ। ਸੋ ਇਹ ਉਪਕਰਨ ਇਲੈਕਟ੍ਰੋਨਿਕ ਸੂਚਨਾ ਨੂੰ ਮਨੁੱਖ ਦੇ ਪੜ੍ਹਨ ਯੋਗ ਸੂਚਨਾ ਵਿੱਚ ਬਦਲਦੇ ਹਨ। ਅੱਗੇ ਦੂਸਰਾ ਪ੍ਰਸ਼ਨ ਹੈ ਸਪੀਕਰ ਕੀ ਹੁੰਦਾ ਹੈ। ਤਾਂ ਸਪੀਕਰ ਇੱਕ ਆਊਟਪੁੱਟ ਯੰਤਰ ਹੈ ਜੋ ਕੰਪਿਊਟਰ ਵਿੱਚ ਮੌਜੂਦ ਸਾਊਂਡ ਕਾਰਡ ਤੋਂ ਇਨਪੁੱਟ ਆਡੀਓ ਪ੍ਰਾਪਤ ਕਰਦੇ ਹਨ ਅਤੇ ਸਾਊਂਡ ਦੀਆਂ ਤਰੰਗਾਂ ਦੇ ਰੂਪ ਵਿੱਚ ਆਡੀਓ ਆਊਟਪੁੱਟ ਨੂੰ ਆਵਾਜ਼ ਦੇ ਰੂਪ ਵਿੱਚ ਸੁਣਾਉਂਦੇ ਹਨ। ਸੋ ਸਪੀਕਰ ਦੀ ਵਰਤੋਂ ਕੰਪਿਊਟਰ ਜਾਂ ਮੋਬਾਈਲ ਤੋਂ ਆਵਾਜ਼ ਸੁਣਨ ਲਈ ਕੀਤੀ ਜਾਂਦੀ ਹੈ। ਸਪੀਕਰ ਕਈ ਸ਼ਕਲਾਂ ਅਤੇ ਆਕਾਰਾਂ ਵਿੱਚ ਉਪਲਬਧ ਹਨ। ਤੀਸਰਾ ਪ੍ਰਸ਼ਨ ਹੈ ਪ੍ਰੋਜੈਕਟਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ। ਸੋ ਪ੍ਰੋਜੈਕਟਰ ਇੱਕ ਆਊਟਪੁੱਟ ਯੰਤਰ ਹੈ ਜੋ ਕਿ ਕੰਪਿਊਟਰ ਤੋਂ ਕਿਸੇ ਵੀ ਤਰ੍ਹਾਂ ਦੀ ਇਮੇਜ ਜਾਂ ਵੀਡੀਓ ਨੂੰ ਚਿੱਟੇ ਪਰਦੇ ਜਾਂ ਦੀਵਾਰ ਜਾਂ ਕਿਸੇ ਹੋਰ ਚੀਜ਼ ਤੇ ਦਿਖਾਉਣ ਦਾ ਕੰਮ ਕਰਦਾ ਹੈ। ਪ੍ਰੋਜੈਕਟਰ ਦੀ ਵਰਤੋਂ ਦਫ਼ਤਰਾਂ, ਸਿਨੇਮਾ ਘਰ, ਕਾਲਜਾਂ ਅਤੇ ਸਕੂਲਾਂ ਵਿੱਚ ਕੰਟੈਂਟ ਚਲਾਉਣ ਲਈ ਕੀਤੀ ਜਾਂਦੀ ਹੈ। ਕਿਸੇ ਵੀ ਇਮੇਜ ਜਾਂ ਵੀਡੀਓ ਰਾਹੀਂ ਪੇਸ਼ ਕੀਤੀ ਜਾ ਰਹੀ ਪੇਸ਼ਕਾਰੀ ਹਰ ਭਾਗ ਲੈਣ ਵਾਲੇ ਤੱਕ ਪਹੁੰਚਾਉਣ ਲਈ ਅਤੇ ਉਸ ਬਾਰੇ ਸਮਝਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਪ੍ਰਿੰਟਰ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਹਨ। ਸੋ ਪ੍ਰਿੰਟਰ ਦੀਆਂ ਆਮ ਤੌਰ ਤੇ 3 ਕਿਸਮਾਂ ਹੁੰਦੀਆਂ ਹਨ, ਜਿਸ ਵਿੱਚ ਪਹਿਲਾ ਹੈ ਡਾਟ ਮੈਟ੍ਰਿਕਸ ਪ੍ਰਿੰਟਰ, ਦੂਸਰਾ ਇੰਕਜੈਟ ਪ੍ਰਿੰਟਰ ਅਤੇ ਤੀਸਰਾ ਲੇਜ਼ਰ ਪ੍ਰਿੰਟਰ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਪ੍ਰਿੰਟਰ ਤੇ ਨੋਟ ਲਿਖੋ। ਸੋ ਪ੍ਰਿੰਟਰ ਇੱਕ ਹਾਰਡ ਕਾਪੀ ਆਊਟਪੁੱਟ ਯੰਤਰ ਹੈ। ਇਸ ਦੀ ਵਰਤੋਂ ਕੰਪਿਊਟਰ ਤੋਂ ਪ੍ਰਾਪਤ ਡਾਟਾ ਅਤੇ ਸੂਚਨਾ ਨੂੰ ਕਿਸੇ ਪੇਪਰ ਉੱਪਰ ਪ੍ਰਿੰਟ ਕਰਨ ਲਈ ਕਰਦੇ ਹਾਂ। ਇਹ ਬਲੈਕ ਅਤੇ ਵਾਈਟ ਦੇ ਨਾਲ ਰੰਗੀਨ ਡਾਕੂਮੈਂਟ ਨੂੰ ਵੀ ਪ੍ਰਿੰਟ ਕਰ ਸਕਦੇ ਹਨ। ਪ੍ਰਿੰਟਰ ਦੀ ਸਪੀਡ ਨੂੰ ਕਰੈਕਟਰ ਪ੍ਰਤੀ ਸੈਕਿੰਡ, ਲਾਈਨ ਪ੍ਰਤੀ ਮਿੰਟ ਅਤੇ ਪੇਜਿਸ ਪ੍ਰਤੀ ਮਿੰਟ ਵਿੱਚ ਮਾਪਿਆ ਜਾਂਦਾ ਹੈ ਅਤੇ ਪ੍ਰਿੰਟਰ ਦੀ ਕੁਆਲਿਟੀ ਨੂੰ ਡਾਟਸ ਪ੍ਰਤੀ ਇੰਚ ਵਿੱਚ ਵੀ ਮਾਪਿਆ ਜਾਂਦਾ ਹੈ। ਅੱਗੇ ਸਾਡੇ ਕੋਲ 6ਵਾਂ ਪ੍ਰਸ਼ਨ ਹੈ ਕਿਸੇ 3 ਆਊਟਪੁੱਟ ਯੰਤਰਾਂ ਦੇ ਨਾਂ ਲਿਖੋ। ਸੋ ਹਰੇਕ ਆਊਟਪੁੱਟ ਯੰਤਰ ਦਾ ਆਪਣਾ ਇੱਕ ਖਾਸ ਕੰਮ ਹੁੰਦਾ ਹੈ ਅਤੇ ਕੁਝ ਆਮ ਵਰਤੇ ਜਾਣ ਵਾਲੇ ਆਊਟਪੁੱਟ ਯੰਤਰ ਕੁਝ ਇਸ ਪ੍ਰਕਾਰ ਹਨ, ਜਿਸ ਵਿੱਚ ਪਹਿਲਾ ਹੈ ਮੋਨੀਟਰ, ਦੂਸਰਾ ਸਪੀਕਰ, ਤੀਸਰਾ ਹੈੱਡਫੋਨ, ਚੌਥਾ ਪ੍ਰਿੰਟਰ, ਪੰਜਵਾਂ ਅਪਲੋਡਰ ਅਤੇ 6ਵਾਂ ਪ੍ਰੋਜੈਕਟਰ। ਅੱਗੇ ਹੁਣ ਅਸੀਂ ਵੱਡੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਮੋਨੀਟਰ ਅਤੇ ਇਸ ਦੀਆਂ ਕਿਸਮਾਂ ਦੇ ਨੋਟ ਲਿਖੋ। ਸੋ ਮੋਨੀਟਰ ਨੂੰ ਵਿਜ਼ੂਅਲ ਡਿਸਪਲੇ ਯੰਤਰ ਵੀ ਕਹਿੰਦੇ ਹਨ। ਮੋਨੀਟਰ CPU ਤੋਂ ਪ੍ਰਾਪਤ ਨਤੀਜੇ ਨੂੰ ਸਾਫਟ ਕਾਪੀ ਦੇ ਰੂਪ ਵਿੱਚ ਦਿਖਾਉਂਦਾ ਹੈ। ਮੋਨੀਟਰ ਉੱਪਰ ਚਿੱਤਰ ਛੋਟੇ ਬਿੰਦੂਆਂ ਤੋਂ ਮਿਲ ਕੇ ਬਣਦੇ ਹਨ ਅਤੇ ਇਹਨਾਂ ਬਿੰਦੂਆਂ ਨੂੰ ਪਿਕਸਲ ਕਿਹਾ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਮੋਨੀਟਰ ਦੀਆਂ ਕਿਸਮਾਂ ਬਾਰੇ ਪੜਾਂਗੇ। ਸੋ ਮੋਨੀਟਰ ਦੀਆਂ 2 ਕਿਸਮਾਂ ਹੁੰਦੀਆਂ ਹਨ, ਕੈਥੋਡ ਰੇ ਟਿਊਬ ਅਤੇ ਦੂਸਰਾ ਫਲੈਟ ਪੈਨਲ ਡਿਸਪਲੇ ਮੋਨੀਟਰ। ਸਭ ਤੋਂ ਪਹਿਲਾਂ ਅਸੀਂ ਕੈਥੋਡ ਰੇ ਟਿਊਬ ਬਾਰੇ ਜਾਣਾਂਗੇ। ਸੋ ਕੈਥੋਡ ਰੇ ਟਿਊਬ ਮੋਨੀਟਰ ਇੱਕ ਆਇਤਾਕਾਰ ਬਾਕਸ ਦੀ ਤਰ੍ਹਾਂ ਦਿਖਣ ਵਾਲਾ ਮੋਨੀਟਰ ਹੁੰਦਾ ਹੈ। ਇਸ ਨੂੰ ਡੈਸਕਟਾਪ ਕੰਪਿਊਟਰ ਦੇ ਨਾਲ ਆਊਟਪੁੱਟ ਵੇਖਣ ਲਈ ਵਰਤਿਆ ਜਾਂਦਾ ਹੈ। ਇਹ ਆਕਾਰ ਵਿੱਚ ਵੱਡਾ ਅਤੇ ਭਾਰੀ ਹੁੰਦਾ ਹੈ। ਇਹ ਮੋਨੀਟਰ 15 ਇੰਚ, 17 ਇੰਚ, 19 ਇੰਚ ਅਤੇ 21 ਇੰਚ ਆਕਾਰ ਵਿੱਚ ਉਪਲਬਧ ਹਨ। ਇਹ ਮੋਨੀਟਰ ਬਲੈਕ ਅਤੇ ਵਾਈਟ ਅਤੇ ਰੰਗੀਨ ਦੋਵੇਂ ਕਿਸਮਾਂ ਦੇ ਬਾਜ਼ਾਰ ਵਿੱਚ ਉਪਲਬਧ ਹਨ। ਇਹ ਮੋਨੀਟਰ ਬਿਜਲੀ ਦੀ ਖਪਤ ਵੀ ਜ਼ਿਆਦਾ ਕਰਦੇ ਹਨ। ਦੂਸਰੀ ਸਾਡੇ ਕੋਲ ਇਸ ਦੀ ਕਿਸਮ ਹੈ ਫਲੈਟ ਪੈਨਲ ਡਿਸਪਲੇ ਮੋਨੀਟਰ। ਸੋ ਫਲੈਟ ਪੈਨਲ ਡਿਸਪਲੇ ਵੀਡੀਓ ਯੰਤਰਾਂ ਦੀ ਉਸ ਸ਼੍ਰੇਣੀ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਆਕਾਰ, ਭਾਰ ਅਤੇ ਬਿਜਲੀ ਦੀ ਖਪਤ CRT ਮੋਨੀਟਰ ਦੇ ਮੁਕਾਬਲੇ ਘੱਟ ਹੁੰਦੀ ਹੈ। ਇਹਨਾਂ ਦੀ ਵਰਤੋਂ ਕੈਲਕੂਲੇਟਰ, ਵੀਡੀਓ ਗੇਮਾਂ, ਲੈਪਟਾਪ, ਨੋਟਬੁੱਕ, ਪਰਸਨਲ ਕੰਪਿਊਟਰ, ਡਿਜੀਟਲ ਘੜੀਆਂ ਵਿੱਚ ਗ੍ਰਾਫਿਕ ਸਕਰੀਨ ਦੇ ਤੌਰ ਤੇ ਵਰਤੇ ਜਾਂਦੇ ਹਨ। ਸੋ LCD, LED, ਪਲਾਜ਼ਮਾ ਆਦਿ ਫਲੈਟ ਪੈਨਲ ਡਿਸਪਲੇ ਦੀਆਂ ਕੁਝ ਮੁੱਖ ਉਦਾਹਰਨਾਂ ਹਨ। ਹੁਣ ਅਸੀਂ ਦੂਜੇ ਪ੍ਰਸ਼ਨ ਨੂੰ ਪੜਾਂਗੇ। ਸਾਡੇ ਕੋਲ ਦੂਜਾ ਪ੍ਰਸ਼ਨ ਹੈ ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵਿੱਚ ਅੰਤਰ ਲਿਖੋ। ਸੋ ਇਨਪੁੱਟ ਅਤੇ ਆਊਟਪੁੱਟ ਯੰਤਰਾਂ ਵੀ ਸਾਡੇ ਕੋਲ ਅੰਤਰ ਹੇਠ ਲਿਖੇ ਅਨੁਸਾਰ ਹੈ। ਸਭ ਤੋਂ ਪਹਿਲਾਂ ਇਸ ਦਾ ਅੰਤਰ ਹੈ ਇਨਪੁੱਟ ਯੰਤਰਾਂ ਦੀ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਸੂਚਨਾ ਦੇਣ ਲਈ ਕੀਤੀ ਜਾਂਦੀ ਹੈ, ਜਦਕਿ ਆਊਟਪੁੱਟ ਯੰਤਰ ਦੀ ਵਰਤੋਂ ਕੰਪਿਊਟਰ ਤੋਂ ਨਤੀਜਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।
दूसरा पॉइंट है कीबोर्ड, माउस, स्कैनर, वैब कैमरा आदि इनपुट यंत्रां दी उदाहरणां हन, जबकि प्रिंटर, मॉनीटर, स्पीकर आदि आउटपुट यंत्रां ਦੀਆਂ ਉਦਾਹਰਨਾਂ ਹਨ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸ ਵੀਡੀਓ ਨੂੰ ਤੁਸੀਂ ਆਪਣੇ ਹੋਰ ਵੀ ਸਾਥੀਆਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।